ਸਤਿ ਸ਼੍ਰੀ ਅਕਾਲ। ਤੁਸੀਂ ਜੁੜਿਓ ਵਿਜ਼ਨ ਪੰਜਾਬ ਟੀਵੀ ਦੇ ਨਾਲ। ਪ੍ਰਿੰਸ ਭਾਰਦਵਾਜ ਹਾਜ਼ਰ ਲੈ ਕੇ ਪ੍ਰੋਗਰਾਮ ਸਟੋਰੀ ਆਫ ਦਾ ਡੇ ਵਿਜ਼ਨ ਸਪੈਸ਼ਲ। ਸੰਘਰਸ਼ਾਂ ਦੇ ਵਿੱਚ ਕੁਝ ਦਿਨ ਐਸੇ ਹੁੰਦੇ ਨੇ ਜਿਨ੍ਹਾਂ ਦਿਨਾਂ ਦਾ ਇੰਤਜ਼ਾਰ ਕਦੇ ਖਤਮ ਨਹੀਂ ਹੁੰਦਾ। ਉਹ ਦਿਨ ਅਸਲ ਦੇ ਵਿੱਚ ਬਹੁਤ ਲੰਬੇ ਹੋ ਜਾਂਦੇ ਨੇ। ਉਹਨਾਂ ਦਿਨਾਂ ਦਾ ਉਡੀਕ ਜਿਹੜੀ ਹੈ, ਇੰਤਜ਼ਾਰ ਜਿਹੜਾ ਹੈ, ਉਹ ਖਤਮ ਹੋਣ 'ਚ ਨਹੀਂ ਆਉਂਦਾ। ਅੱਜ ਦਾ ਦਿਨ ਵੀ ਸੰਘਰਸ਼ਾਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਦਿਨ ਚੜ੍ਹਿਆ। ਇੱਕ ਵੱਡੇ ਅਖਬਾਰ ਦੀ ਵੱਡੀ ਸੁਰਖੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਜਦੋਂ ਉਹ ਸੁਰਖੀ ਸਾਰਿਆਂ ਦੇ ਧਿਆਨ ਦੇ ਵਿੱਚ ਆਈ, ਉਦੋਂ ਹੀ ਸੰਘਰਸ਼ ਬਾਰੇ ਜਾਂ ਅੰਦੋਲਨ ਬਾਰੇ ਕਈ ਤਰ੍ਹਾਂ ਦੀਆਂ ਕਿਆਸਾਂ ਆਈਆਂ। ਵਿਦੇਸ਼ਾਂ 'ਚ ਬੈਠੇ ਲੋਕਾਂ ਦੇ ਵਿੱਚੋਂ, ਸੰਘਰਸ਼ ਦੇ ਵਿੱਚ ਬੈਠੇ ਲੋਕਾਂ ਦੇ ਵਿੱਚੋਂ, ਪੰਜਾਬ ਦੇ ਪਿੰਡਾਂ, ਪੰਜਾਬ ਦੇ ਸ਼ਹਿਰਾਂ, ਰਾਜਨੀਤਿਕ ਪਾਰਟੀਆਂ, ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹ ਜਥੇਬੰਦੀਆਂ, 500 ਦੇ ਕਰੀਬ ਜਥੇਬੰਦੀਆਂ ਦੇ ਵਿੱਚ ਕਿਆਸ ਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ। ਤੁਸੀਂ ਜਿਹੜੇ ਦਰਸ਼ਕ ਵਿਦੇਸ਼ਾਂ ਦੇ ਵਿੱਚ ਬੈਠੇ ਹੋ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਵਿਜ਼ਨ ਪੰਜਾਬ ਸਟੋਰੀ ਆਫ ਦਾ ਡੇ ਵੇਖ ਰਹੇ ਹੋ, ਤੁਹਾਡੇ ਮਨ ਦੇ ਵਿੱਚ ਵੀ ਕਈ ਕਿਸਮ ਦੀਆਂ ਅਟਕਲਾਂ ਲੱਗਣੀਆਂ ਸ਼ੁਰੂ ਹੋਣਗੀਆਂ। ਹਿੰਦੀ ਦੇ ਇੱਕ ਵੱਡੇ ਅਖਬਾਰ ਨੇ ਸੰਘਰਸ਼ ਦੇ ਇੱਕ ਐਸੇ ਆਗੂ, ਜਿਹੜਾ ਆਗੂ ਆਪਣੀ ਬੇਬਾਕੀ ਲਈ ਜਾਣਿਆ ਜਾਂਦਾ ਹੈ, ਜਿਹੜਾ ਆਗੂ ਆਪਣੀ ਤਤਪਰਤਾ ਲਈ, ਆਪਣੀ ਤੀਬਰਤਾ ਲਈ, ਆਪਣੇ ਤਿੱਖੇ ਤੇਵਰਾਂ ਲਈ, ਔਰ ਜਿਹੜਾ ਆਗੂ 26 ਨਵੰਬਰ ਦੇ ਦਿਨ ਇਸ ਕੰਮ ਲਈ ਜਾਣਿਆ ਜਾਂਦਾ ਕਿ ਜੇਕਰ ਉਸ ਆਗੂ ਅਤੇ ਉਸ ਆਗੂ ਦੇ ਪਿੱਛੇ ਚੱਲਣ ਵਾਲੇ ਨੌਜਵਾਨਾਂ ਨੇ ਇੱਕ ਸ਼ੁਰੂਆਤ ਨਾ ਕੀਤੀ ਹੁੰਦੀ ਨਾਕੇ ਭੰਨਣ ਦੀ, ਹਰਿਆਣਾ ਪੁਲਿਸ ਨਾਲ ਲੋਹਾ ਨਾ ਲਿਆ ਹੁੰਦਾ, ਹਰਿਆਣਾ ਪੁਲਿਸ ਅੱਗੇ ਹਿੱਕ ਡਾ ਕੇ ਨਾ ਖੜਿਆ ਹੁੰਦਾ, ਜੇਕਰ ਉਹ ਆਗੂ ਨਾ ਹੁੰਦਾ ਤਾਂ ਅੰਦੋਲਨ ਦਿੱਲੀ ਦੀ ਹਿੱਕ ਤੇ ਇਸ ਕਿਸਮ ਵਿਸਥਾਰਿਤ ਨਹੀਂ ਹੋਣਾ ਸੀ। ਗੱਲ ਕਰ ਰਹੇ ਹਾਂ ਜੀ ਗੁਰਨਾਮ ਸਿੰਘ ਚੜੂਨੀ, ਜਿਹੜੀ ਕਿ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਨੇ। ਗੁਰਨਾਮ ਸਿੰਘ ਚੜੂਨੀ ਹੋਰਾਂ ਦਾ ਪਿਛੋਕੜ ਬੇਸ਼ੱਕ ਦਾ ਰਾਜਨੀਤਿਕ ਵਾਲਾ ਰਿਹਾ, ਕਿਉਂਕਿ ਇੱਕ ਵਾਰ ਉਹਨਾਂ ਨੇ ਆਪ ਵੀ ਆਜ਼ਾਦ ਤੌਰ ਦੇ ਉੱਤੇ ਚੋਣ ਲੜੀ ਹੈ ਤੇ 2014 ਦੇ ਵਿੱਚ ਉਹਨਾਂ ਦੇ ਧਰਮ ਪਤਨੀ ਨੇ ਵੀ ਇੱਕ ਪਾਰਟੀ ਵੱਲੋਂ ਚੋਣ ਲੜੀ ਸੀ। ਬੇਸ਼ੱਕ ਦੀ ਉਹਨਾਂ ਨੂੰ ਦੋਨੇ ਵਾਰ ਕਿਸੇ ਕਿਸਮ ਦੀ ਸਫਲਤਾ ਜਿਹੜੀ ਉਹ ਹਾਸਲ ਨਹੀਂ ਹੋਈ, ਪਰ ਇਸ ਕਿਸਾਨੀ ਸੰਘਰਸ਼ ਦੇ ਵਿੱਚ, ਇਸ ਕਿਸਾਨ ਮਜ਼ਦੂਰ ਸੰਘਰਸ਼ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਸੱਚਮੁੱਚ ਬਹੁਤ ਵੱਡਾ ਚਿਹਰਾ ਉੱਭਰ ਕੇ ਸਾਹਮਣੇ ਹੋਏ ਨੇ। ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਹਰਿਆਣਾ ਦੇ ਪਿੰਡਾਂ ਦੇ ਵਿੱਚ, ਹਰਿਆਣਾ ਜਿਹੜਾ ਜਾਗਿਆ ਨਹੀਂ ਸੀ, ਹਰਿਆਣਾ ਜਿਹੜਾ ਤੁਰਿਆ ਨਹੀਂ ਸੀ, ਹਰਿਆਣੇ ਦੇ ਪਿੰਡਾਂ ਦੇ ਵਿੱਚ ਬਹੁਤ ਵੱਡੀ ਲਾਮਬੰਦੀ ਕੀਤੀ। ਅੱਜ ਦੇ ਇੱਕ ਵੱਡੇ ਅਖਬਾਰ ਦੀ ਜਿਹੜੀ ਵੱਡੀ ਸੁਰਖੀ ਬਣੀ, ਉਸ ਸੁਰਖੀ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਹੋਰਾਂ ਤੇ ਬਹੁਤ ਵੱਡੇ ਇਲਜ਼ਾਮ ਲੱਗੇ। ਇਲਜ਼ਾਮ ਇਹ ਵੀ ਲੱਗਿਆ ਕਿ ਉਹਨਾਂ ਨੇ 10 ਕਰੋੜ ਰੁਪਈਆ ਇੱਕ ਰਾਜਨੀਤਿਕ ਪਾਰਟੀ ਤੋਂ ਲਿਆ। ਇਸ ਕਰਕੇ ਲਿਆ ਤਾਂ ਜੋ ਅੰਦੋਲਨ ਖਰਾਬ ਹੋ ਸਕੇ, ਅੰਦੋਲਨ ਦੇ ਵਿੱਚ ਰਾਜਨੀਤਿਕ ਧਿਰਾਂ ਦੀ ਘੁਸਪੈਠ ਕਰਾਈ ਜਾ ਸਕੇ। ਇਸ ਕਰਕੇ ਲਿਆ ਕਿ ਆਉਣ ਵਾਲੀਆਂ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਆਪਣੀ ਜਿਹੜੀ ਟਿਕਟ ਹੈ MLA ਦੀ, ਉਹ ਪੱਕੀ ਕਰ ਸਕਣ। ਤਾਂ ਸੁਭਾਵਿਕ ਸੀ ਕਿ ਗੁਰਨਾਮ ਸਿੰਘ ਚੜੂਨੀ ਹੋਰਾਂ ਨੂੰ ਗੁੱਸਾ ਆਉਣਾ ਸੀ, ਕਿਉਂਕਿ ਜਦੋਂ ਸੱਚ ਝੂਠ ਦੇ ਮਲਮੇ ਦੇ ਵਿੱਚ ਲਪੇਟ ਕੇ ਰੱਖਿਆ ਜਾਂਦਾ ਤਾਂ ਉਦੋਂ ਸਾਨੂੰ ਝੂਠ ਦਾ ਮਲਮਾ ਹੀ ਕਈ ਵਾਰੀ ਅਸਲ ਲੱਗ ਰਿਹਾ ਹੁੰਦਾ। ਸੋ ਇਹ ਵੇਖਣ ਵਾਲੀ ਗੱਲ ਸੀ। ਗੁਰਨਾਮ ਸਿੰਘ ਚੜੂਨੀ ਹੋਰਾਂ ਦੇ ਨਾਲ ਸਾਡੇ ਸਹਿਯੋਗੀ ਰਵੀ ਸੰਗਰਾਹੂਰ ਹੋਰਾਂ ਨੇ ਦਿੱਲੀ ਦੇ ਸਿੰਘੂ ਬਾਰਡਰ ਤੋਂ ਖਾਸ ਗੱਲਬਾਤ ਕੀਤੀ। ਗੁਰਨਾਮ ਸਿੰਘ ਚੜੂਨੀ ਹੋਰਾਂ ਦਾ ਪੱਖ ਜਾਣਿਆ। ਪੱਖ ਇਸ ਕਰਕੇ ਜਾਣਿਆ ਕਿਉਂਕਿ ਜਿਹੜੇ ਇਲਜ਼ਾਮ ਲੱਗ ਰਹੇ ਸੀ ਸੱਚਮੁੱਚ ਬਹੁਤ ਵੱਡੇ ਸੀ। ਕਈ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਗੁਰਨਾਮ ਸਿੰਘ ਚੜੂਨੀ ਹੋਰਾਂ ਦੀ ਜਿਹੜੀ ਬਾਈਟ ਸੀ ਜਾਂ ਉਹਨਾਂ ਦੀਆਂ ਇੰਟਰਵਿਊ ਸੀ, ਉਹ ਘੁੰਮ ਰਿਹਾ ਸੀ। ਸੋ ਉਹਨਾਂ ਦਾ ਪੱਖ ਜਾਣਨ ਦੇ ਲਈ, ਉਹਨਾਂ ਦੇ ਤੱਥ ਜਾਣਨ ਦੇ ਲਈ ਰਵੀ ਸੰਗਰਾਹੂਰ ਸਾਡੇ ਸਹਿਯੋਗੀ ਨੇ ਸਿੰਘੂ ਬਾਰਡਰ ਤੋਂ ਖਾਸ ਤੌਰ ਦੇ ਉੱਤੇ ਸਰਦਾਰ ਗੁਰਨਾਮ ਸਿੰਘ ਚੜੂਨੀ ਹੋਰਾਂ ਨਾਲ ਗੱਲਬਾਤ ਕੀਤੀ। ਤੁਸੀਂ ਵੀ ਸੁਣੋ ਗੁਰਨਾਮ ਸਿੰਘ ਚੜੂਨੀ ਹੋਰਾਂ ਨਾਲ ਵਿਜ਼ਨ ਟੀਵੀ ਦੀ ਇਹ ਖਾਸ ਗੱਲਬਾਤ। ਖਬਰ ਇੱਕ ਚਰਚਾ 'ਚ ਰਹੀ ਅੱਜ ਦਾ ਦਿਨ, ਖਾਸ ਕਰਕੇ ਜਿਸ ਦੇ ਵਿੱਚ ਕਿਹਾ ਜਾਣ ਲੱਗਾ ਸੀ ਕਿ ਜਿਹੜੇ ਹਰਿਆਣੇ ਨੂੰ ਰਿਪਰੈਜ਼ੈਂਟ ਕਰਦੇ ਨੇ ਗੁਰਨਾਮ ਸਿੰਘ ਚੜੂਨੀ, ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਵੀ ਨੇ, ਉਹਨਾਂ ਨੇ ਸਿਆਸੀ ਪਾਰਟੀਆਂ ਦੇ ਨਾਲ ਜਾਂ ਸਿਆਸੀ ਲੀਡਰਾਂ ਦੇ ਨਾਲ ਗੱਲਬਾਤ ਕਿਉਂ ਕੀਤੀ। ਸੰਯੁਕਤ ਕਿਸਾਨ ਮੋਰਚੇ ਦੇ ਬਹੁਤ ਸਾਰੇ ਬਿਆਨ ਜਿਹੜੇ ਨੇ ਉਹ ਅਖਬਾਰਾਂ ਦੇ ਵਿੱਚ ਵੀ ਆਉਣ ਲੱਗੇ ਸੀ, ਜਿਨ੍ਹਾਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਉਹਨਾਂ ਤੇ ਕਾਰਵਾਈ ਹੋਊਗੀ। ਇੱਕ ਪਾਸੇ ਚਰਚਾ ਤੇ ਇਹ ਵੀ ਚੱਲ ਪਈ ਸੀ ਕਿ ਉਹਨਾਂ ਨੂੰ ਸਸਪੈਂਡ ਤੱਕ ਕਰ ਦਿੱਤਾ ਗਿਆ। ਇਹ ਸਾਰੀਆਂ ਅਫਵਾਹਾਂ ਨੇ, ਜਿਹਨਾਂ 'ਚ ਕਿੰਨੀ ਕੁ ਸੱਚਾਈ ਆ, ਅਸੀਂ ਗੱਲਬਾਤ ਕਰ ਲੈਂਦੇ ਹਾਂ। ਚੜੂਨੀ ਸਾਹਿਬ ਸਾਡੇ ਨਾਲ ਨੇ। ਚੜੂਨੀ ਸਾਹਿਬ, ਬਹੁਤ ਸਾਰੀਆਂ ਗੱਲਾਂ ਬਾਤਾਂ, ਚਰਚਾਵਾਂ ਚੱਲ ਪਈਆਂ ਤੁਹਾਨੂੰ ਲੈ ਕੇ। ਸਭ ਤੋਂ ਪਹਿਲਾਂ ਤਾਂ ਇਤਰਾਜ਼ ਇਹੀ ਉੱਠਿਆ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ, ਉਹਨਾਂ ਦੇ ਲੀਡਰਾਂ ਦੇ ਵਿੱਚ, ਕਿ ਚੜੂਨੀ ਸਾਹਿਬ ਨੂੰ ਉਸ ਦੇ ਵਿੱਚ ਸ਼ਾਮਲ ਹੀ ਨਹੀਂ ਹੋਣਾ ਚਾਹੀਦਾ ਸੀ। ਤੇ ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੈਨੂੰ ਕੋਈ ਆਰਡਰ ਨਹੀਂ ਕੀਤਾ, ਨਾ ਮੈਂ ਸੰਯੁਕਤ ਮੋਰਚੇ ਵੱਲੋਂ ਸ਼ਾਮਲ ਹੋਇਆ। ਉਹ ਤੇ ਇੱਕ ਸਮਾਜ ਸੇਵੀ ਲੋਕਾਂ ਦੀ ਕਮੇਟੀ ਬਣੀ ਹੈ, ਉਹਦੇ 'ਚ 8-10 ਲੋਕ ਸ਼ਾਮਲ ਨੇ ਜਿਹੜੇ ਸਮਾਜ ਸੇਵੀ ਲੋਕ ਨੇ। ਤੇ ਉਹਨਾਂ ਲੋਕਾਂ ਦੇ, ਉਹਨਾਂ 'ਤੇ ਇੱਕ ਮੈਨੂੰ ਵੀ ਪਾਲਿਆ। ਤੇ ਉਹ ਕੋਈ ਪਾਪ ਵੀ ਨਹੀਂ, ਇਹ ਵਿਚਾਰਧਾਰਾ ਹੈ। ਉਹ ਕੋਈ ਪਾਪ ਨਹੀਂ, ਕੋਈ ਇਹ ਨਹੀਂ ਕਿ ਉਹਨਾਂ ਨਾਲ ਕੋਈ ਮਿਲੀ ਭਗਤ ਹੋ ਗਈ ਜਾਂ ਉਹਦੇ ਨਾਲ ਕੋਈ ਅੰਦੋਲਨ ਕਮਜ਼ੋਰ ਹੋ ਗਿਆ। ਓਬਜੈਕਸ਼ਨ ਉਸ ਚੀਜ਼ ਤੇ ਹੋਣਾ ਚਾਹੀਦਾ ਵੀ ਇਹਦੇ ਨਾਲ ਅੰਦੋਲਨ ਨੂੰ ਗੜਬੜ ਹੋ ਗਈ, ਜਾਂ ਇਹਦੇ ਨਾਲ ਕੋਈ ਉਹਨੇ ਉਧਰ ਮਿਲੀ ਭਗਤ ਕਰ ਲਈ, ਅੰਦੋਲਨ ਟੁੱਟੇਗਾ ਕੱਲ੍ਹ ਨੂੰ। ਇਹੋ ਜਿਹੀ ਗੱਲ ਤਾਂ ਕੋਈ ਹੋਈ ਨਹੀਂ, ਨਾ ਕੋਈ ਹੋਣ ਦੀ ਸੰਭਾਵਨਾ ਹੈ। ਜੇ ਰਾਜਨੀਤਿਕ ਪਾਰਟੀਆਂ
ਜਿਹੜੀ ਸਾਡੀ ਵੋਟਾਂ ਲੈਂਦੀਆਂ ਨੇ, ਸਾਡੇ ਤੇ ਰਾਜ ਕਰਦੀਆਂ ਨੇ, ਜੇ ਉਹਨਾਂ ਨੂੰ ਅਸੀਂ 10 ਬੰਦੇ ਇਕੱਠੇ ਹੋ ਕੇ ਕਹਿੰਦੇ ਆ ਵੀ ਤੁਸੀਂ ਆਪਣਾ ਮਤ ਦੇਸ਼ ਅੱਗੇ ਰੱਖੋ, ਇਹਦੇ 'ਚ ਕਿਹੜੀ ਬੁਰਾਈ ਹੋਗੀ? ਇਹ ਰੱਖਣਾ ਚਾਹੀਦਾ ਹੈ। ਮੇਰੀ ਹੁਣ ਵੀ ਵਿਚਾਰਧਾਰਾ ਇਹ ਹੈ ਕਿ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਇਕੱਠੇ ਹੋ ਕੇ ਆਪਣਾ ਮਤ ਦੇਸ਼ ਅੱਗੇ ਰੱਖਣਾ ਚਾਹੀਦਾ ਹੈ। ਜਨ ਸੰਸਦ ਬੁਲਾਉਣੀ ਚਾਹੀਦੀ ਹੈ, ਆਪਣਾ ਮਤ ਰੱਖਣ ਦੇਸ਼ ਦੇ ਅੱਗੇ। ਸਾਡਾ ਕੰਮ ਤੇ ਇੰਨਾ ਸੀ ਉਹਨਾਂ ਨੂੰ ਇਕੱਠੇ ਕਰਾਉਣਾ। ਉਹ ਵੀ ਇਕੱਲਾ ਨਹੀਂ ਮੈਂ, ਉਹ ਵੀ ਕਈ ਲੋਕ ਨੇ। ਉਹਨੇ ਨਾ ਦਿਮਾਗੀ ਸਹਿਤ ਇਹ ਬੈਗੀ ਵੀ ਇਕੱਲਾ ਹੀ ਹੈ, ਉਹਨਾਂ ਨੂੰ ਪੂਰੀ ਜਾਣਕਾਰੀ ਹੈ ਨਹੀਂ। ਉਹ ਇਕੱਲਾ ਨਹੀਂ, ਉਹ ਕਈ ਲੋਕਾਂ ਦੀ ਕਮੇਟੀ ਹੈ। ਧੋਨੀ ਸਾਹਿਬ ਗੱਲ ਤਾਂ ਜਾਬਤੇ ਦੀ ਕਰਦੇ ਨੇ। ਉਹ ਕਹਿੰਦੇ ਇੱਕ ਜਾਬਤਾ ਸੀ ਸੰਯੁਕਤ ਕਿਸਾਨ ਮੋਰਚੇ ਦਾ। ਤੁਹਾਨੂੰ ਵੀ ਪਤਾ ਹੈ ਕਿ ਉਸ ਜਾਬਤੇ ਦੇ ਅੰਦਰ ਕੋਈ ਵੀ ਸਿਆਸੀ ਲੀਡਰ ਨਹੀਂ ਆਉਂਦਾ ਸੀ, ਜਿਸ ਦਾ ਲਗਾਤਾਰ ਵਿਰੋਧ ਹੁੰਦਾ ਰਿਹਾ। ਤੁਸੀਂ ਵੀ ਸਟੇਜਾਂ ਤੋਂ ਗੱਲਾਂ ਕਹਿੰਦੇ ਰਹੇ, ਵੱਡੇ ਲੀਡਰ ਨੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ, ਕਹਿੰਦੇ ਰਹੇ ਕਿ ਜਿਹੜੇ ਵੀ ਸਿਆਸੀ ਲੀਡਰ ਨੇ ਉਹ ਆਉਣ ਪਰ ਆਪਣਾ ਝੰਡਾ ਛੱਡ ਕੇ ਆਉਣ, ਸਾਹਮਣੇ ਬਹਿ ਜਾਣ, ਮੰਚ ਤੇ ਨਹੀਂ ਆਉਣ ਦੇਣਾ। ਮਤਲਬ ਸੀ ਕਿ ਉਹਨਾਂ ਦਾ ਸਿੱਧੇ ਤੌਰ ਤੇ ਵੱਡੀ ਸ਼ਮੂਲੀਅਤ ਤੋਂ ਬਾਈਕਾਟ ਸੀਗਾ। ਤੁਹਾਨੂੰ ਇਸ ਜਾਬਤੇ ਦਾ ਤਾਂ ਪਤਾ ਸੀ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਸੀ ਉਸ ਤੋਂ। ਤੇ ਹੁਣ ਕਿਹੜਾ ਆ ਗਿਆ ਵਿੱਚ ਲੀਡਰ? ਅਸੀਂ ਕਿਹੜੇ ਲੀਡਰ ਨੂੰ ਬੁਲਾਇਆ? ਅਸੀਂ ਤਾਂ ਸਾਰੇ ਲੀਡਰਾਂ ਨੂੰ ਇਹ ਕਿਹਾ ਉੱਥੇ ਨਹੀਂ ਆਉਣਾ ਸਟੇਜ ਤੇ, ਅਸੀਂ ਨਹੀਂ ਕਿਸੇ ਨੂੰ ਬੋਲਣ ਦੇਵਾਂਗੇ। ਸਟੇਜ ਤੇ ਇੱਕ ਲੀਡਰ ਨੂੰ ਵੀ ਅਸੀਂ ਲੈ ਕੇ ਗਏ ਹੋ, ਦੱਸੋ? ਆਏ ਨੇ, ਮੇਰੇ ਕੋਲ ਵੀ ਬਹਿ ਕੇ ਗਏ ਨੇ, ਚਾਹ ਪਾਣੀ ਪਿਲਾਇਆ ਤੇ ਭਰਾ ਜਾਓ ਆਪਣੇ ਘਰ ਨੂੰ। ਵਿਰੋਧੀ ਵੀ ਆਏ ਨੇ ਮੇਰੇ, ਉਹ ਵੀ ਆਏ ਨੇ, ਉਹਨਾਂ ਨੇ ਵੀ ਸਸਤਰੀ ਗੱਲ ਕੀਤੀ ਹੈ, ਚਾਹ ਪਾਣੀ ਪਿਲਾਇਆ, ਭਰਾ ਜਾਓ ਘਰ ਨੂੰ। ਕਿਹੜਾ ਉਹ ਤੇ ਕੋਈ ਮੈਟਰ ਹੀ ਨਹੀਂ ਹੈ। ਇਸ ਬੈਠਕ ਤੁਹਾਡੀ ਜਿਹੜੀ ਹੋਈ, ਆਪਾਂ ਥੋੜਾ ਜਿਹਾ ਹਟ ਕੇ ਗੱਲ ਕਰ ਲੈਣ, ਜਿਹੜੀ ਤੁਹਾਡੀ ਬੈਠਕ ਹੋਈ ਆ ਉਹਦੇ ਵਿੱਚੋਂ ਤੁਹਾਨੂੰ ਮਹਿਸੂਸ ਕੀ ਹੋਇਆ? ਕਿ ਸਿਆਸੀ ਲੀਡਰ ਜਿਹੜੇ ਭਾਜਪਾ ਦੇ ਵਿਰੋਧੀ ਨੇ ਬੈਠੇ ਸੀ, ਤੁਹਾਡੀ ਚਰਚਾ ਹੋਈ, ਲੰਬੀ ਬੈਠਕ ਹੋਈ, ਬਹੁਤ ਸਾਰੇ ਲੋਕ ਤੁਸੀਂ ਦੱਸਿਆ ਸਮਾਜ ਸੇਵੀ ਵੀ ਬੈਠੇ ਸੀ, ਪ੍ਰਸ਼ਾਂਤ ਭੂਸ਼ਣ ਹੋਰੀ ਵੀ ਸੀ, ਤਾਂ ਰਿਪਰੈਜ਼ੈਂਟ ਕਰ ਰਹੇ ਨੇ, ਉਹ ਐਡਵੋਕੇਟ ਨੇ। ਤੁਹਾਨੂੰ ਕੀ ਲੱਗਾ ਉਹਨਾਂ ਦੀ ਸ਼ਮੂਲੀਅਤ ਇਸ ਅੰਦੋਲਨ ਨੂੰ ਕਿਸ ਤਰ੍ਹਾਂ ਦੇ ਨਾਲ ਅੱਗੇ ਲੈ ਕੇ ਜਾ ਸਕਦੀ ਹੈ? ਕਿਸ ਤਰ੍ਹਾਂ ਦੇ ਨਾਲ ਇਸ ਨੂੰ ਬਲ ਮਿਲ ਸਕਦਾ? ਦੇਖੋ, ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਵੋਟ ਦਾ ਡਰ ਹੁੰਦਾ ਹੈ। ਇਹ ਸਰਕਾਰ ਕਿਉਂ ਨਹੀਂ ਡਰ ਰਹੀ ਕਿ ਅਸੀਂ ਵੋਟ ਤੇ ਉਹਨਾਂ ਦੀ ਤੋੜ ਨਹੀਂ ਸਕਦੇ? ਅਸੀਂ ਤੇ ਵੋਟ ਲੈਣੀ ਨਹੀਂ, ਵੋਟ ਦਾ ਉਹਨਾਂ ਨੂੰ ਡਰ ਨਹੀਂ। ਜਿਹਦੇ ਤੋਂ ਵੋਟ ਦਾ ਡਰ ਹੈ ਉਹ ਘਰ ਬੈਠੇ ਨੇ। ਤੇ ਜੇ ਉਹ ਰਾਜਨੀਤਿਕ ਪਾਰਟੀਆਂ ਇਕੱਠੀ ਹੋ ਕੇ ਉਹਨਾਂ ਦਾ ਵਿਰੋਧ ਕਰਨ, ਇਹਨਾਂ ਕਾਨੂੰਨਾਂ ਦਾ ਵਿਰੋਧ ਕਰਨ, ਤੇ ਉਹਨਾਂ ਦੀ ਵੋਟ ਟੁੱਟ ਕੇ ਉਹਨਾਂ ਕੋਲ ਜਾਂਦੀ ਹੈ, ਤੇ ਉਹ ਮੇਰੇ ਖਿਆਲ ਆਪਣੇ ਫਿਰ ਮੈਂ ਤੁਹਾਨੂੰ ਦੱਸਿਆ ਵਿਚਾਰਧਾਰਾ ਹੈ। ਮੇਰਾ ਵਿਚਾਰ ਇਹ ਹੈ ਕਿ ਵੀ ਉਹ ਤਾਂ ਹੋਰ ਡਰਨਗੇ, ਉਹ ਕਿਉਂਕਿ ਉਹ ਵੋਟ ਤੋਂ ਡਰਦੇ ਨੇ। ਅਸੀਂ ਉਹਨਾਂ ਦੀ ਵੋਟ ਨਹੀਂ ਤੋੜ ਸਕਦੇ। ਉਹ ਤੇ ਨਾਲੇ ਹੁਣ ਤੋਂ ਕਰ ਨੇ 50,000 12-13 ਕੁ ਸੀਟਾਂ ਨੇ ਨਾ ਵੀ ਆਣਗੇ ਤੇ ਕੀ ਫਰਕ ਪੈਂਦਾ? ਇਸ ਰਾਜਨੀਤਿਕ ਢੰਗ ਨਾਲ ਵੀ ਸੋਚ ਰਹੇ ਨੇ। ਪਰ ਜੇ ਰਾਜਨੀਤਿਕ ਪਾਰਟੀ ਉੱਠਦੀ ਹੈ ਉਹਦਾ ਫਰਕ ਸਾਰੇ ਦੇਸ਼ 'ਚ ਪਏਗਾ, ਉਹਦਾ ਫਰਕ ਸਿੱਧਾ ਵੋਟ ਤੇ ਪਏਗਾ। ਜਦੋਂ ਸਿੱਧਾ ਵੋਟ ਤੇ ਫਰਕ ਪਏਗਾ ਤੇ ਵੋਟ ਤੋਂ ਡਰਦੇ ਨੇ। ਜਦੋਂ ਵੋਟ ਤੋਂ ਡਰਦੇ ਨੇ ਤੇ ਉਹ ਮੇਰੇ ਖਿਆਲ ਨਾਲ ਜਿਹੜਾ ਹੈ ਵੀ ਉਹ ਹੋਰ ਜ਼ਿਆਦਾ ਗੱਲ ਜਿਹੜੀ ਜ਼ਿਆਦਾ ਹਾਈਲਾਈਟ ਹੋਏਗੀ। ਧੋਨੀ ਸਾਹਿਬ, ਠੀਕ ਹੈ ਤੁਹਾਡੀ ਗੱਲ ਕਿ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਚੱਲਣਾ ਚਾਹੀਦਾ, ਉਹਨਾਂ ਨੂੰ ਮੰਚ ਤੇ ਨਹੀਂ ਆਉਣ ਦੇਣਾ ਚਾਹੀਦਾ। ਜੋ ਕਿਸੇ ਵੀ ਤਰਫ ਤੋਂ ਆਪਣਾ ਸਮਰਥਨ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਕਰਨਾ ਚਾਹੀਦਾ। ਤੁਹਾਨੂੰ ਨਹੀਂ ਲੱਗਦਾ ਕਿ ਸੰਯੁਕਤ ਜਦੋਂ ਤੁਹਾਨੂੰ ਬੁਲਾਇਆ ਗਿਆ ਸੀ ਉੱਥੇ, ਕਿਹਾ ਤਾਂ ਇਹ ਵੀ ਜਾ ਰਿਹਾ ਕਿ ਅਧਿਕਸ਼ਤਾ ਤੁਸੀਂ ਕੀਤੀ ਆ, ਪ੍ਰਧਾਨਗੀ ਤੁਸੀਂ ਕੀਤੀ ਆ, ਤੁਹਾਨੂੰ ਨਹੀਂ ਲੱਗਦਾ ਸੀ ਕਿ ਜੇਕਰ ਤੁਸੀਂ ਜਾ ਰਹੇ ਹੋ, ਤੁਹਾਨੂੰ ਸ਼ਾਮਲ ਕੀਤਾ ਜਾ ਰਿਹਾ, ਸੰਯੁਕਤ ਕਿਸਾਨ ਮੋਰਚੇ ਦੇ ਨਾਲ ਇੱਕ ਬੈਠਕ ਕਰਕੇ ਸਾਂਝਾ ਵਿਚਾਰ ਕਰ ਲਿਆ ਜਾਂਦਾ ਕਿ ਦੇਖੋ ਮੇਰੀ ਸੋਚ ਇਹ ਹੈ ਕਿ ਆਪਾਂ ਨੂੰ ਇਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ, ਕਿ ਸਾਨੂੰ ਉੱਥੇ ਜਾ ਕੇ ਐਡ ਹੋਣਾ ਚਾਹੀਦਾ, ਜੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਸਮਝਣੀ ਚਾਹੀਦੀ ਹੈ? ਇੱਕ ਤੇ ਗੱਲ ਜਿਹੜੀ ਕਹਿ ਰਹੇ ਵੀ ਅਧਿਕਸ਼ਤਾ ਮੈਂ ਕੀਤੀ, ਇਹ ਗਲਤ ਕਹਿ ਰਹੇ। ਅਧਿਕਸ਼ਤਾ ਮੈਂ ਨਹੀਂ ਕੀਤੀ। ਇੱਕ ਮੀਟਿੰਗ ਦੀ ਅਧਿਕਸ਼ਤਾ ਪ੍ਰਸ਼ਾਂਤ ਭੂਸ਼ਣ ਨੇ ਕੀਤੀ ਹੈ, ਦੂਜੀ ਦੀ ਕਿਸੇ ਨੇ ਵੀ ਨਹੀਂ ਕੀਤੀ। ਠੀਕ ਹੈ, ਅਧਿਕਸ਼ਤਾ ਮੈਂ ਨਹੀਂ ਕੀਤੀ, ਇੱਕ ਗੱਲ ਤੇ ਇਹ ਗਲਤ ਹੈ। ਤੇ ਦੂਜੀ ਗੱਲ ਇਹ ਹੈ ਕਿ ਵੀ ਇਹ ਕਿਸਾਨ ਮੋਰਚੇ ਦਾ ਜਾਂ ਇਸ ਅੰਦੋਲਨ ਨਾਲ ਉਸ ਦਾ ਕੋਈ ਤਾਲੁਕ ਨਹੀਂ ਹੈ। ਮੈਂ ਫਿਰ ਕਹਿ ਹਟਿਆ ਵਾਂ ਕਿ ਇਹ ਮੋਰਚਾ ਰਾਜਨੀਤਿਕ ਹੈ, ਰਾਜਨੀਤਿਕ ਰਹੇਗਾ। ਉਹਦਾ ਲੀਡਰ ਕੋਈ ਇੱਧਰ ਸ਼ਾਮਲ ਨਹੀਂ ਹੋ ਰਿਹਾ। ਉਹ ਵੱਖਰਾ ਤੇ ਕਰ ਸਕਦੇ ਨੇ। ਇਹਨਾਂ ਨੂੰ ਵੱਖਰੇ ਨਾਲੋਂ ਕੀ ਢਿੱਡ ਪੀੜ ਹੋ ਗਿਆ? ਵੱਖਰੇ ਨਾਲ ਕੀ ਢਿੱਡ ਪੀੜ ਹੋ ਗਿਆ? ਉਹਦੇ ਨਾਲ ਅੰਦੋਲਨ ਕਮਜ਼ੋਰ ਕਿਵੇਂ ਹੋਏਗਾ? ਇਹ ਮੈਨੂੰ ਸਮਝ ਨਹੀਂ ਆਈ। ਸਾਹਿਬ, ਇੱਕ ਕਮੇਟੀ ਦਾ ਗਠਨ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀਤਾ ਗਿਆ ਹੈ ਕਿ ਤਿੰਨ ਮੈਂਬਰੀ ਕਮੇਟੀ ਹੋਏਗੀ, ਉਹਦੇ 'ਚ ਚੜੂਨੀ ਸਾਹਿਬ ਨੂੰ ਬੁਲਾਇਆ ਜਾਏਗਾ, ਉਹ ਆਪਣਾ ਪੱਖ ਰੱਖੇਗਾ। ਕੀ ਤੁਸੀਂ ਸਮਰਥਨ ਕਰਦੇ ਹੋ ਇਸ ਕਮੇਟੀ? ਜਦੋਂ ਬੁਲਾਣਗੇ ਤੇ ਜਾਣਗੇ। ਵੈਸੇ ਅਜੇ ਤੱਕ ਮੇਰੇ ਨਾ ਤਾਂ ਮੈਨੂੰ ਕਿਸੇ ਨੇ ਦੱਸਿਆ, ਨਾ ਕੋਈ ਟੈਲੀਫੋਨ ਤੇ ਗੱਲ ਹੋਈ, ਨਾ ਕੋਈ ਉਹਦਾ ਮੈਸੇਜ ਆਇਆ। ਅਜੇ ਤੱਕ ਤੇ ਕੁਛ ਆਇਆ ਨਹੀਂ। ਜੇ ਕੋਈ ਬੁਲਾਣਗੇ ਤੇ ਜਾਣਗੇ। ਚੜੂਨੀ ਸਾਹਿਬ, ਆਖਰੀ ਸਵਾਲ ਹੈ,
ਮੋਰਚਾ ਚੜ੍ਹਦੀ ਕਲਾ ਦੇ ਵਿੱਚ ਰਵੇ, ਅਸੀਂ ਕਾਮਨਾ ਕਰਦੇ ਹਾਂ। ਹਰ ਕੋਈ ਦੇਖਣਾ ਚਾਹੁੰਦਾ ਸੋਸ਼ਲ ਮੀਡੀਆ ਤੇ ਵੀ ਕਿ ਜਿਸ ਤਰੀਕੇ ਦੇ ਨਾਲ ਚੜੂਨੀ ਸਾਹਿਬ ਪਹਿਲਾਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਬੈਠੇ ਹੁੰਦੇ ਸੀ ਸੰਯੁਕਤ ਕਿਸਾਨ ਮੋਰਚੇ ਦੇ, ਬੇਬਾਕੀ ਦੇ ਨਾਲ ਆਪਣੇ ਬਿਆਨ ਦਿੰਦੇ ਹੁੰਦੇ ਸੀ, ਇਸੇ ਤਰ੍ਹਾਂ ਇਹ ਚੜ੍ਹਦੀ ਕਲਾ ਦੇ ਵਿੱਚ ਰਵੇ। ਇਸ ਤੋਂ ਅੱਗੇ ਕਿਵੇਂ ਹੋਏਗਾ, ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ। ਚੜੂਨੀ ਸਾਹਿਬ ਨੂੰ ਸਸਪੈਂਡ ਕਰਤਾ ਜੀ, ਹਰਿਆਣਾ ਵੱਖਰਾ ਹੋ ਚੱਲਿਆ ਜੀ, ਪੰਜਾਬ ਵੱਖਰਾ ਲੜੂਗਾ ਜੀ, ਇਹਨਾਂ ਦੀ ਵਿਚਾਰਧਾਰਾ ਵੱਖਰੀ ਹੋ ਗਈ ਜੀ, ਇਹ ਚੀਜ਼ਾਂ ਬਹੁਤ ਚੱਲ ਰਹੀਆਂ। ਥੋੜਾ ਸਪਸ਼ਟ ਕਰ ਦਿਓ, ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿਣ। ਦੇਖੋ, ਅਸੀਂ ਬਿਲਕੁਲ ਸਪਸ਼ਟ ਕਰਦੇ ਹਾਂ, ਅਸੀਂ ਇਸ ਅੰਦੋਲਨ ਨੂੰ ਕਿਸੇ ਤਰ੍ਹਾਂ ਟੁੱਟਣ ਨਹੀਂ ਦੇਵਾਂਗੇ। ਜੇ ਕੋਈ ਹਰਿਆਣੇ ਦੀ ਗੱਲ, ਕੋਈ ਪੰਜਾਬ ਦੀ ਗੱਲ ਚੱਲਦੀ ਹੈ, ਇਹ ਕੋਈ ਗੱਲ ਨਹੀਂ ਚੱਲਣ ਦੇਵਾਂਗੇ। ਤੇ ਅਸੀਂ ਜਿਹੜਾ ਹੈ ਇਸ ਅੰਦੋਲਨ ਦੇ ਵਿੱਚ ਪੂਰੀ ਤਰ੍ਹਾਂ ਹਿੱਸੇਦਾਰੀ ਰੱਖਾਂਗੇ। ਇਹ ਜਿਹੜੇ ષਡਯੰਤਰ ਨੇ, ਕੋਈ ਕਿਸੇ ਦਾ ਬੰਦਾ ਵਿੱਚ ਵੜ ਕੇ ਕੋਈ ਇਸ ਤਰ੍ਹਾਂ ਦੀ ਗੜਬੜ ਕਰਾਉਣਾ ਚਾਹੁੰਦਾ ਹੈ, ਕੋਈ ਕਿਸੇ ਪਾਰਟੀ ਨਾਲ ਮਿਲ ਕੇ ਇਸ ਤਰ੍ਹਾਂ ਦੀ ਕੋਈ ਗੜਬੜ ਕਰਾਉਣਾ ਚਾਹੁੰਦਾ ਹੈ, ਇਸ ਤਰ੍ਹਾਂ ਦੀ ਜੇ ਕੋਈ ਚਾਲ ਚੱਲਣਾ ਚਾਹੁੰਦਾ ਹੈ ਜਾਂ ਮੇਰੇ ਤੋਂ ਨਿੱਜੀ ਰੰਜਿਸ਼ ਰੱਖ ਕੇ ਕੋਈ ਗੜਬੜ ਕਰਨਾ ਚਾਹੁੰਦਾ ਹੈ, ਇਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਭਾਵੇਂ ਸਾਨੂੰ ਕੋਈ ਜਿਹੜਾ ਹੈ ਝੁਕਣਾ ਪੈ ਜੇ, ਪਰ ਅੰਦੋਲਨ ਨੂੰ ਟੁੱਟਣ ਨਹੀਂ ਦੇਵਾਂਗੇ। ਅੰਦੋਲਨ ਇਸੇ ਤਰ੍ਹਾਂ ਚੱਲੇਗਾ। ਤੁਸੀਂ ਸੁਣੀ ਕਿ ਕਿਸ ਤਰੀਕੇ ਨਾਲ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਆਪਣਾ ਪੱਖ ਰੱਖਿਆ ਵਿਜ਼ਨ ਟੀਵੀ ਦੇ ਉੱਤੇ। ਅਸਲ ਦੇ ਵਿੱਚ ਇਹ ਸਾਰੀਆਂ ਘਟਨਾਵਾਂ ਇਸ ਤਰੀਕੇ ਨਾਲ ਵਾਪਰੀਆਂ ਕਿ ਅਖਬਾਰ ਦਾ ਇੱਕ ਪੱਤਰਕਾਰ ਆਪਣੇ ਸੂਤਰਾਂ ਦੇ ਹਵਾਲੇ ਦੇ ਰਾਹੀਂ, ਇਹ ਮੀਡੀਆ ਦਾ ਜੀ ਤੁਹਾਨੂੰ ਇੱਕ ਖਾਸ ਪੱਤਾ ਦੱਸ ਦਿੰਦੇ ਆ ਜੀ ਕਿ ਮੀਡੀਆ ਜਿਹੜੀ ਖਬਰ ਲਈ ਪੁਖਤਾ ਨਾ ਹੋਵੇ, ਜਿਹੜੀ ਖਬਰ ਦਾ ਉਸ ਕੋਲ ਕੋਈ ਪੱਕਾ ਸਬੂਤ ਨਾ ਹੋਵੇ, ਤਾਂ ਉਸ ਨੂੰ ਉਹ ਸੂਤਰਾਂ ਦੇ ਹਵਾਲੇ ਦੀ ਖਬਰ ਪਾ ਦਿੰਦੇ ਆ, ਤੇ ਫਿਰ ਭਾਵੇਂ ਉਹ ਖਬਰ ਬਾਅਦ ਦੇ ਵਿੱਚ ਝੂਠੀ ਕਿਉਂ ਨਾ ਨਿਕਲ ਜਾਵੇ। ਸੋ ਤੁਸੀਂ ਗੁਰਨਾਮ ਸਿੰਘ ਚੜੂਨੀ ਹੋਰਾਂ ਦਾ ਪੱਖ ਸੁਣਿਆ। ਦਰਅਸਲ ਦੇ ਵਿੱਚ ਉਸ ਜਿਹੜੀ ਮੀਡੀਆ ਰਿਪੋਰਟ ਹੈ, ਉਹ ਜਿਹੜਾ ਅਖਬਾਰ ਦੀ ਜਿਹੜੀ ਰਿਪੋਰਟ ਆ, ਉਸ ਦੇ ਵਿੱਚ ਕਿਹਾ ਗਿਆ ਹੈ ਕਿ ਮੱਧ ਪ੍ਰਦੇਸ਼ ਦੇ ਜਿਹੜੇ ਇੱਕ ਵੱਡੇ ਆਗੂ ਨੇ ਸ਼ਿਵ ਕੁਮਾਰ ਕੱਕਾ ਜੀ, ਉਹਨਾਂ ਨੇ ਕਿਹਾ ਕਿ ਸ਼ਿਵ ਕੁਮਾਰ ਕੱਕਾ ਜੀ ਦੇ ਹਵਾਲੇ ਨਾਲ ਅਸੀਂ ਇਹ ਖਬਰ ਛਾਪ ਰਹੇ ਹਾਂ ਕਿ ਗੁਰਨਾਮ ਸਿੰਘ ਚੜੂਨੀ ਹੋਰਾਂ ਦੇ ਉੱਤੇ ਜਿਹੜੇ ਦੋਸ਼ ਲੱਗੇ ਆ, ਜਿਹੜੇ ਅਸੀਂ ਤੁਹਾਨੂੰ ਪਹਿਲਾਂ ਦੱਸਿਆ 10 ਕਰੋੜ ਵਾਲਾ, MLA ਵਾਲਾ, ਜਾਂ ਉਹਨਾਂ ਦੁਆਰਾ ਦਿੱਲੀ ਦੇ ਵਿੱਚ ਕੁਝ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਨਾਲ ਮੁਲਾਕਾਤ ਕਰਨੀ, ਜਾਂ ਉਹਨਾਂ ਦੇ ਟੈਂਟ, ਉਹਨਾਂ ਦੇ ਤੰਬੂ ਦੇ ਵਿੱਚ ਕਾਂਗਰਸ ਦੇ ਰਾਜਨੀਤਿਕ ਆਗੂਆਂ ਦਾ ਆਉਣਾ, ਉਹਨਾਂ ਸਾਰਿਆਂ ਬਾਰੇ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਵਿਸਥਾਰ ਸਹਿਤ ਦੱਸਿਆ ਕਿ ਭਾਈ ਜੇ ਸਾਡੇ ਘਰੇ ਕੋਈ ਚੱਲ ਕੇ ਆਉਂਦਾ ਤਾਂ ਉਸ ਦੀ ਆਓ ਭਗਤ ਕਰਨੀ, ਉਸ ਨੂੰ ਚਾਹ ਪਿਲਾਉਣੀ, ਇਹ ਸਾਡੇ ਵਿਰਸੇ, ਇਹ ਸਾਡੇ ਧਰਮ ਦੇ, ਇਹ ਸਾਡੇ ਸੱਭਿਅਤਾ ਦਾ ਹਿੱਸਾ ਹੈ। ਜੇਕਰ ਕੋਈ ਕਾਂਗਰਸੀ ਆਗੂ ਜਾਂ ਕੋਈ ਹੋਰ ਆਗੂ ਵੀ ਉਹਨਾਂ ਦੇ ਖੇਮੇ ਦੇ ਵਿੱਚ ਆਇਆ ਤਾਂ ਉਸ ਨੂੰ ਜੀ ਆਇਆਂ ਕਹਿਣਾ, ਉਸ ਨੂੰ ਚਾਹ ਪਿਲਾਉਣੀ ਤੇ ਹੱਥ ਬੰਨ੍ਹ ਕੇ ਵਿਦਾ ਕਰ ਦੇਣਾ। ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਵੱਲ ਨਾ ਲੈ ਕੇ ਜਾਣਾ ਔਰ ਕਿਸੇ ਕਿਸਮ ਦੀ ਰਾਜਨੀਤਿਕ ਘੁਸਪੈਠ ਨਾ ਕਰਨ ਦੇਣਾ, ਇਹ ਉਹਨਾਂ ਦਾ ਫਰਜ਼ ਵੀ ਹੈ ਤੇ ਉਹਨਾਂ ਦਾ ਧਰਮ ਵੀ ਹੈ। ਇਸ ਤੋਂ ਅੱਗੇ ਜਾ ਕੇ ਜਿਉਂ-ਜਿਉਂ ਸ਼ਾਮ ਹੁੰਦੀ ਗਈ, ਜਿਉਂ-ਜਿਉਂ ਦਿਨ ਦਾ ਢਲਾਅ ਹੁੰਦਾ ਗਿਆ, ਤਿਉਂ-ਤਿਉਂ ਅਫਵਾਹਾਂ ਦੇ ਬਾਜ਼ਾਰ ਲਗਾਤਾਰ ਗਰਮ ਹੁੰਦੇ ਗਏ। ਸੋਸ਼ਲ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਹਾਊਸਾਂ ਨੇ ਵੀ ਕਈ ਕਿਸਮ ਦੀਆਂ ਜਿਹੜੀਆਂ ਅਟਕਲਾਂ ਸੀ ਉਹ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਹੋਰੀ ਆਪ ਸਾਹਮਣੇ ਆਉਂਦੇ ਨੇ। ਰਵੀ ਸੰਗਰਾਹੂਰ ਦੀ ਗੱਲਬਾਤ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਹੋਰੀ ਉਸ ਤੋਂ ਕਾਫੀ ਦੇਰ ਬਾਅਦ ਆਪਣੀ ਪ੍ਰੈਸ ਵਾਰਤਾ ਲੈ ਕੇ ਸਾਹਮਣੇ ਆਉਂਦੇ ਆ। ਆਪਣੀ ਪ੍ਰੈਸ ਵਾਰਤਾ ਦੇ ਵਿੱਚ ਉਹ ਸਾਰੀ ਗੱਲ ਸਾਹਮਣੇ ਰੱਖਦੇ ਆ ਕਿ ਕਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਉਹਨਾਂ ਦੀਆਂ ਕੁਝ ਮੀਟਿੰਗਾਂ ਹੋਈਆਂ। ਇੱਕ ਮੀਟਿੰਗ 17 ਨੂੰ, ਇੱਕ 14 ਨੂੰ ਤੇ ਇੱਕ ਸ਼ਾਇਦ ਉਸ ਤੋਂ ਪਹਿਲਾਂ। ਉਹ ਮੀਟਿੰਗ ਜਨ ਸੰਸਦ ਦਾ ਰੂਪ ਸੀ, ਕਿਉਂਕਿ ਗੁਰਨਾਮ ਸਿੰਘ ਚੜੂਨੀ ਹੋਰੀ ਆਪ ਇਹ ਮੰਨਦੇ ਆ ਕਿ ਇਸ ਦੇਸ਼ ਯਾਨੀ ਕਿ ਭਾਰਤ ਦੇ ਵਿੱਚ ਰਾਜਨੀਤਿਕ ਇੱਛਾ ਸ਼ਕਤੀ ਔਰ ਰਾਜਨੀਤਿਕ ਤਾਕਤਾਂ ਤੋਂ ਬਿਨਾਂ ਬਦਲਾਅ ਜਿਹੜੇ ਆ ਉਹ ਸੰਭਵ ਨਹੀਂ ਹਨਗੇ। ਔਰ ਦੂਸਰੀ ਗੱਲ, ਅੰਦੋਲਨਾਂ ਨੂੰ ਬਲ ਉਦੋਂ ਮਿਲਦਾ ਹੈ ਜਦੋਂ ਬਾਹਰੀ ਰਾਜਨੀਤਿਕ ਤਾਕਤਾਂ ਜਿਹੜੀਆਂ ਨੇ, ਬਾਹਰੀ ਰਾਜਨੀਤਿਕ ਪੱਖ ਜਿਹੜੇ ਆ ਉਹ ਅੰਦੋਲਨਾਂ ਦਾ ਸਮਰਥਨ ਕਰਦੇ ਆ, ਭਾਵੇਂ ਅੰਦੋਲਨ ਦੇ ਵਿੱਚ ਉਹਨਾਂ ਨੂੰ ਸ਼ਾਮਲ ਨਾ ਹੋਣ ਦਿੱਤਾ ਜਾਵੇ। ਕਿਉਂਕਿ ਬੜਾ ਲਾਜ਼ਮੀ ਹੈ, ਕਿਉਂਕਿ ਹਰ ਰਾਜਨੀਤਿਕ ਪਾਰਟੀ ਦਾ ਆਪੋ ਆਪਣਾ ਜਨ ਆਧਾਰ ਹੈ। ਔਰ ਜੇਕਰ ਹਰ ਰਾਜਨੀਤਿਕ ਪਾਰਟੀ ਆਪੋ ਆਪਣੇ ਜਨ ਆਧਾਰ ਨੂੰ ਇਸ ਗੱਲ ਲਈ ਜਾਗਰੂਕ ਕਰੇਗੀ ਕਿ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਔਰ ਸਰਕਾਰ ਦੁਆਰਾ ਲਏ ਗਏ 3 ਕਾਲੇ ਕਾਨੂੰਨਾਂ ਦੇ ਖਿਲਾਫਤ ਦੇ ਵਿੱਚ ਖੜਨਾ, ਤਾਂ ਇਹ ਸੰਘਰਸ਼ ਹੋਰ ਤਿੱਖਾ ਹੋ ਜਾਏਗਾ। ਇਸੇ ਸਾਰੀਆਂ ਗੱਲਾਂ ਨੂੰ ਲੈ ਕੇ ਔਰ ਉਹ ਜਨ ਸੰਸਦ ਵਾਲੀ ਜਿਹੜੀ ਗੱਲ ਸੀ, ਉਹਨਾਂ ਨੇ ਸਪਸ਼ਟ ਕੀਤਾ ਕਿ ਇਹ ਕੋਈ ਰਾਜਨੀਤਿਕ ਧਿਰ ਦੀ ਜਨ ਸੰਸਦ ਨਹੀਂ, ਬਲਕਿ ਇਹ ਸਮਾਜ ਸੇਵੀ, ਜਿਹਨੂੰ NGOs ਕਹਿੰਦੇ ਆ, ਜਾਂ ਉਹ ਲੋਕ ਜਿਹੜੀ ਸੁਸਾਇਟੀ ਲਈ ਕੰਮ ਕਰ ਰਹੇ ਆ, ਇਹ ਉਹਨਾਂ ਦੁਆਰਾ ਸੱਦੀ ਗਈ ਜਨ ਸੰਸਦ ਸੀ ਵਿਚਾਰ ਚਰਚਾ ਦੇ ਲਈ ਕਿ ਅੰਦੋਲਨ ਨੂੰ ਹੋਰ ਕਿੱਦਾਂ ਬਲ ਦਿੱਤਾ ਜਾਵੇ। ਔਰ ਦੂਸਰੀ ਗੱਲ, ਉਸ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਜਿਹੜੇ ਕਿ ਵੱਡੇ ਵਕੀਲ ਨੇ ਔਰ ਜਿਹੜੇ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣਾ ਪੱਖ ਜਾਂ ਆਪਣੀ ਦਲੀਲ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਰੱਖਦੇ ਨੇ, ਉਸ ਜਨ ਸੰਸਦ ਦੇ ਵਿੱਚ ਚੜੂਨੀ ਸਾਹਿਬ ਨੇ ਦੱਸਿਆ ਕਿ ਉਹ ਵੀ ਸ਼ਾਮਲ ਸਨ। ਸ਼ਾਮ ਹੁੰਦੇ ਚੜੂਨੀ ਸਾਹਿਬ ਦੀਆਂ ਜਿਹੜੀਆਂ ਗਤੀਵਿਧੀਆਂ ਉਹ ਤੇਜ਼ ਹੋਈਆਂ ਤੇ ਉਹਨਾਂ ਦੀ ਪ੍ਰੈਸ ਵਾਰਤਾ ਸਾਹਮਣੇ ਆਈ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ, ਉਹਨਾਂ ਦੀ ਪ੍ਰੈਸ ਵਾਰਤਾ ਦੇ ਵਿੱਚ ਚੜੂਨੀ ਸਾਹਿਬ ਨੇ ਕੀ ਕਹਿਣ ਦਾ ਯਤਨ ਕੀਤਾ, ਤੁਸੀਂ ਵੀ ਸਮਝੋ। ਦੇਖੋ, ਮੈਂ ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਤੋਂ ਲੈ ਕੇ ਦੱਸਾਂ। ਇਸ ਅੰਦੋਲਨ ਦੇ ਵਿੱਚ
ਸਾਡਾ ਮਕਸਦ ਹੈ ਵੀ ਇਹ ਅੰਦੋਲਨ ਅਸੀਂ ਜਿੱਤੀਏ। ਸਾਰੇ ਸੰਗਠਨਾਂ ਦਾ, ਸਾਰੇ ਦੇਸ਼ ਦੇ ਕਿਸਾਨਾਂ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਵੀ ਇਹ ਅੰਦੋਲਨ ਆਪਾਂ ਜਿੱਤਣਾ ਹੈ, ਹਾਰ ਕੇ ਨਹੀਂ ਜਾਣਾ। ਅੰਦੋਲਨ ਜਿੱਤਣ ਵਾਸਤੇ ਅਲੱਗ-ਅਲੱਗ ਵਿਚਾਰਧਾਰਾ ਹੋ ਸਕਦੀ ਹੈ। ਕੋਈ ਗਰਮ ਦਲ ਦਾ ਹੋ ਸਕਦਾ, ਕੋਈ ਨਰਮ ਦਲ ਦਾ ਹੋ ਸਕਦਾ। ਵਿਚਾਰਧਾਰਾ ਤੇ ਸ਼ਹੀਦ ਭਗਤ ਸਿੰਘ ਤੇ ਗਾਂਧੀ ਦੀ ਵੀ ਨਹੀਂ ਸੀ ਮਿਲੀ, ਪਰ ਮਕਸਦ ਤੇ ਦੇਸ਼ ਨੂੰ ਆਜ਼ਾਦ ਕਰਾਉਣਾ ਸੀ। ਇਸੇ ਤਰ੍ਹਾਂ ਜਿਹੜੇ ਸਾਡੇ ਤੋਂ ਹੁਣ ਸੈਂਕੜੇ ਸੰਗਠਨ ਨੇ, ਵਿਚਾਰਧਾਰਾ ਨਹੀਂ ਮਿਲਦੀ, ਪਰ ਜਿਹੜਾ ਸਾਡਾ ਸੋਚਣਾ ਸੀ, ਜਿਹੜੇ ਪਿੱਛੇ ਇਲਜ਼ਾਮ ਆਇਆ ਵੀ ਇਹ ਰਾਜਨੇਤਾ ਦੇ ਨਾਲ ਮੀਟਿੰਗ ਕੀਤੀ ਹੈ, ਇਹ ਹੋ ਗਿਆ, ਉਹ ਇਸ ਤਰ੍ਹਾਂ ਦਾ ਬਵਾਲ ਖੜਾ ਕਰਤਾ ਵੀ ਜਿਵੇਂ ਮੈਂ ਰਾਜਨੇਤਾ ਨਾਲ ਮਿਲ ਕੇ ਕੋਈ ષੜਯੰਤਰ ਕਰਤਾ। ਇਹ ਕਰਤਾ, ਅਸਲੀਅਤ ਗੱਲ ਸਾਹਮਣੇ ਨਹੀਂ ਰੱਖੀ। ਇਹ ਜਿਹੜੇ ਕੋਈ ਸਾਡੇ ਤੋਂ ਜਾਣਦੇ ਲੋਕ ਨੇ, ਉਹਨਾਂ ਨੇ ਕੋਈ ષੜਯੰਤਰ ਰਚਤਾ, ਕੌਣ ਨੇ ਨਹੀਂ ਪਤਾ। ਪਰ ਜਿਹੜੀ ਗੱਲ ਹੈ ਉਹ ਇਹ ਹੈ ਕਿ ਵੀ ਇਹ ਇੱਕ ਕਮੇਟੀ ਸੀ ਸਮਾਜ ਸੇਵੀ ਲੋਕਾਂ ਦੀ, ਜਿਹਦੇ 10-12 ਲੋਕ ਨੇ, ਯਾਤਰੀ ਜੀ ਬੈਠੇ ਨੇ, ਗੋਪਾਲ ਦਾਸ ਜੀ ਬੈਠੇ ਨੇ, ਪ੍ਰਸਾਦ ਭੂਸ਼ਣ ਜੀ ਹੁਣੇ ਆਏ ਸੀ, ਉਹ ਵਿੱਚ ਨੇ। ਇਹ 10-12 ਲੋਕਾਂ ਦੀ ਕਮੇਟੀ ਹੈ। ਉਹਦੇ 'ਚ ਮੇਰਾ ਵੀ ਇੱਕ ਨਾਂ ਉਹਨਾਂ ਨੇ ਪਾ ਲਿਆ ਬਈ ਜਿਹੜੇ ਰਾਜਨੀਤਿਕ ਲੋਕ ਨੇ, ਵੋਟ ਤੇ ਉਹਨਾਂ ਨੇ ਲੈਣੀ ਹੈ। ਜੋ ਵੀ ਉਹਨਾਂ ਦਾ ਜਨ ਸੰਸਦ ਕਰੋ, ਸਾਰੀ ਰਾਜਨੀਤਿਕ ਪਾਰਟੀਆਂ ਨੂੰ ਤੁਸੀਂ ਬੁਲਾਓ, ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਤੁਸੀਂ ਬੁਲਾਓ, ਉਹਨਾਂ ਨੂੰ ਬੁਲਾ ਕੇ ਜਿਹੜਾ ਇਹ ਕਾਨੂੰਨ ਨੇ ਇਹਨਾਂ ਦੇ ਪ੍ਰਤੀ ਪੂਰੀ ਗੱਲ ਦੇਸ਼ ਦੇ ਅੱਗੇ ਰੱਖੋ। ਤੇ ਉਸ ਚੀਜ਼ ਨੂੰ ਉਹਨਾਂ ਨੇ ਇਹ ਤੋੜ ਮਰੋੜ ਕੇ ਲੈ ਲਿਆ। ਨੇਤਾ ਅਸੀਂ ਇਸ ਅੰਦੋਲਨ ਦੇ ਵਿੱਚ ਨਹੀਂ ਬੁਲਾਏ। ਬਿਲਕੁਲ ਸਾਰਿਆਂ ਦਾ ਜਿਹੜਾ ਮਤ ਸੀ ਉਹ ਇਹ ਸੀ ਵੀ ਇਹ ਇਸ ਤੋਂ ਕਿਨਾਰੇ ਰਹਿਣਾ। ਜਿਹੜੀ ਉਹ ਕਮੇਟੀ ਬਣੀ 10-12 ਬੰਦਿਆਂ ਦੀ, ਬਈ ਇਸ ਅੰਦੋਲਨ ਦੇ ਵਿੱਚ ਕੋਈ ਦਖਲ ਨਹੀਂ, ਕੋਈ ਨੇਤਾ ਸਟੇਜ ਤੇ ਨਹੀਂ ਆਏਗਾ, ਕੋਈ ਨੇਤਾ ਇਹਦੇ 'ਚ ਸ਼ਾਮਲ ਨਹੀਂ ਹੋਏਗਾ। ਉਹ ਨੇਤਾ ਆਪਣਾ ਵੱਖਰਾ ਕਿਤੇ ਵੀ ਜਗ੍ਹਾ ਦੇਖ ਕੇ ਦਿੱਲੀ ਦੇ ਅੰਦਰ ਆਪਣਾ ਸੈਮੀਨਾਰ ਕਰਨ, ਆਪਣਾ ਸੈਮੀਨਾਰ ਕਰਕੇ ਉਹ ਵੀ ਲੋਕਾਂ ਦੇ ਅੱਗੇ, ਸਰਕਾਰ ਦੇ ਅੱਗੇ ਆਪਣੀ ਮੰਗ ਰੱਖਣਗੇ ਵੀ ਉਹ ਕਿੱਧਰ ਨੇ। ਕਿਉਂਕਿ 35 ਵੋਟ ਜਿੱਤਣ ਵਾਲੇ ਕੋਲ ਹੈ, ਜੇ ਹਾਰਨ ਵਾਲੇ ਦੀ ਸਾਰੀ ਗਿਣੀਏ ਤੇ 65 ਵੋਟ ਹੈ। 65 ਵੋਟਾਂ ਦੀ ਵੀ ਤੇ ਵੈਲਿਊ ਹੁੰਦੀ ਹੈ ਨਾ। ਤੇ ਉਹ ਗੱਲ ਦੇਸ਼ ਦੇ ਅੱਗੇ ਰੱਖਣ, ਖਾਲੀ ਇੰਨਾ ਮੈਟਰ ਸੀ। ਹੁਣ ਉਹਦਾ ਬਵੰਡਰ ਬਣਾ ਕੇ, ਕਿਉਂਕਿ ਕਈ ਵਿਰੋਧੀ ਵੀ ਹੁੰਦੇ ਨੇ, ਕਈ ਜਲਨ ਪੈਦਾ ਵੀ ਹੋ ਜਾਂਦੀ ਹੈ, ਉਹ ਬਵੰਡਰ ਬਣਾ ਕੇ ਇਹ ਕਰਤਾ ਵੀ ਜਿਵੇਂ ਇਹਨੇ ਬੜਾ ਅਪਰਾਧ ਕਰਤਾ, ਰਾਜਨੀਤੀ ਨਾਲ ਮਿਲ ਲਿਆ, ਅੰਦੋਲਨ ਨੂੰ ਜਿਵੇਂ ਬਸ ਹੁਣ ਵੇਚ ਦੇਗਾ, ਇਸ ਤਰ੍ਹਾਂ ਦਾ ਡਰਾਮਾ ਖੜਾ ਕਰਤਾ। ਤੇ ਇਸ ਤਰ੍ਹਾਂ ਡਰਾਮਾ ਖੜਾ ਕਰਕੇ ਹੁਣ ਮੇਰੇ ਕੋਲ ਜਿਹੜੀ ਖਬਰਾਂ ਆ ਰਹੀਆਂ ਨੇ, ਅਧਿਕਾਰਿਕ ਤਾਂ ਕੁਝ ਵੀ ਨਹੀਂ ਆਇਆ, ਪਰ ਜਿਹੜੀ ਖਬਰਾਂ ਆ ਰਹੀ ਹੈ ਉਹ ਇੱਕ ਤੇ ਅਖਬਾਰ 'ਚ ਜਿਹੜੀ ਮੈਂ ਪੜ੍ਹੀ ਸਵੇਰੇ, ਉਹ ਸ਼ਿਵ ਕੁਮਾਰ ਕੱਕਾ ਦੇ ਨਾਂ ਤੋਂ ਲੱਗੀ ਹੈ। ਪਰ ਸ਼ਿਵ ਕੁਮਾਰ ਕੱਕਾ ਦਾ ਬਾਅਦ 'ਚ ਵੀਡੀਓ ਆਇਆ ਕਿ ਇਹ ਮੈਂ ਖਬਰ ਦਿੱਤੀ ਨਹੀਂ, ਮੈਂ ਇਹਦਾ ਖੰਡਨ ਕਰਦਾ ਵਾਂ, ਮੈਂ ਇਹ ਕਿਹਾ ਨਹੀਂ। ਤੇ ਜਿਹੜੇ ਪੱਤਰਕਾਰ ਨੇ ਲਾਇਆ ਹੈ ਉਸ ਪੱਤਰਕਾਰ ਦੇ ਖਿਲਾਫ ਮੈਂ, ਜਿਹੜੇ ਗੁਰਨਾਮ ਸਿੰਘ ਚੜੂਨੀ ਜੀ ਨੇ, ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਰਦੇ ਹੋ, ਮੈਨੂੰ ਤਾਂ ਜੇ ਪੁੱਛਿਆ ਹੀ ਨਹੀਂ ਗਿਆ। ਮੈਨੂੰ ਬਿਨਾਂ ਪੁੱਛ ਉਹ ਕੋਈ ਫੈਸਲਾ ਲੈਂਦੇ ਨੇ, ਉਹ ਗਲਤ ਹੈ ਤੇ ਕੋਰਟ ਵੀ ਪੁੱਛਦੀ ਹੈ। ਤੇ ਦੂਜਾ ਮੈਂ ਇਹ ਗੱਲ ਕਹਾਂਗਾ ਵੀ ਸੰਯੁਕਤ ਮੋਰਚਾ ਨੂੰ ਜੇ ਆਬਜੈਕਸ਼ਨ ਸੀ ਤੇ ਸੰਯੁਕਤ ਮੋਰਚਾ ਮੈਨੂੰ ਆਰਡਰ ਕਰ ਦਿੰਦਾ ਵੀ ਉੱਥੇ ਨਹੀਂ ਜਾਣਾ। ਚੜੂਨੀ ਸਾਹਿਬ ਉਹ ਕਹਿੰਦੇ ਪਹਿਲਾਂ ਵੀ ਰੋਕਿਆ ਸੀ, ਤੁਹਾਨੂੰ ਕਿਹਾ ਗਿਆ ਸੀ ਕਿ ਤੁਸੀਂ ਨਾ ਜਾਓ। ਜਗਜੀਤ ਸਿੰਘ ਡੱਲੇਵਾਲ ਨੇ ਕਹਿੰਦੇ ਤੁਹਾਨੂੰ ਸਮਝਾਇਆ ਸੀ। ਨਹੀਂ, ਮੈਂ ਸੰਯੁਕਤ ਮੋਰਚੇ ਦੀ ਗੱਲ ਕਰ ਰਿਹਾ ਵਾਂ। ਸੰਯੁਕਤ ਮੋਰਚੇ ਵੱਲੋਂ ਮੈਨੂੰ ਕੋਈ ਨਹੀਂ ਕਿਹਾ ਗਿਆ। ਸਮਝਾਉਣਾ, ਗੱਲ ਕਰਨੀ ਹੋਰ ਚੀਜ਼ ਹੁੰਦੀ ਹੈ, ਆਰਡਰ ਕਰਨਾ ਹੋਰ ਚੀਜ਼ ਹੁੰਦਾ ਹੈ। ਸਮਝਾਉਣ ਦਾ ਆਪਾਂ ਰਾਏ ਕਰਨੀ ਹੁੰਦੀ ਹੈ। ਰਾਏ ਠੀਕ ਵੀ ਹੋ ਸਕਦੀ ਹੈ, ਰਾਏ ਗਲਤ ਵੀ ਹੋ ਸਕਦੀ ਹੈ। ਜੇ ਔਨ ਰਿਕਾਰਡ ਬਿਆਨ ਹੈ ਤੇ ਫਿਰ ਇਹ ਬਿਲਕੁਲ ਗਲਤ ਹੈ। ਇਹ ਨਾ ਤੇ ਉਹਨਾਂ ਨੇ ਆਪਣੇ ਪ੍ਰੈਸ ਨੋਟ 'ਚ ਲਿਖਿਆ ਹੈ, ਨਾ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ। ਜੇ ਕਾਨਫਰੰਸ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ, ਜੇ ਉਹਨੇ ਕਿਹਾ ਤਾਂ ਉਹ ਦੋਸ਼ੀ ਹੈ, ਅੰਦੋਲਨ ਨੂੰ ਤੋੜਨ ਦਾ ਦੋਸ਼ੀ ਹੈ। ਅੰਦੋਲਨ ਨੂੰ ਤੋੜਨ ਦੇ ਦੋਸ਼ੀ ਤੇ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਮੀਡੀਆ ਦੇ ਵਿੱਚ ਬਿਆਨ ਜਾਣਾ ਦਾ ਮਤਲਬ ਹੁੰਦਾ ਹੈ ਅੰਦੋਲਨ ਨੂੰ ਠੇਸ ਪਹੁੰਚਾਉਣੀ, ਅੰਦੋਲਨ ਨੂੰ ਤੋੜਨਾ, ਕਿਸੇ ਦੀ ਇੱਜ਼ਤ ਨੂੰ ਖਰਾਬ ਕਰਨਾ। ਤੇ ਕਿਸੇ ਦੀ ਇੱਜ਼ਤ ਖਰਾਬ ਕਰਨੀ ਛੋਟੀ ਗੱਲ ਨਹੀਂ ਹੁੰਦੀ। ਫਿਰ ਮੈਂ ਮੰਗ ਕਰਾਂਗਾ, ਮੀਡੀਆ ਦੇ ਰਾਹੀਂ ਮੰਗ ਕਰਾਂਗਾ, ਉਂਝ ਵੀ ਕਰਾਂਗਾ ਵੀ ਜਿਹਨੇ ਫਿਰ ਇਹ ਕਾਰਵਾਈ ਕੀਤੀ ਹੈ ਉਸ ਤੇ ਕਾਰਵਾਈ ਹੋਣੀ ਚਾਹੀਦੀ। ਦੇਖੋ, ਹੋ ਸਕਦਾ ਉਸ ਤੋਂ ਪਹਿਲਾਂ ਮੈਨੂੰ ਬੁਲਾ ਲੈਣ। ਹਾਲੇ ਤੱਕ ਦੀ ਜੇ ਘਟਨਾ ਦੀ ਹਾਲੇ ਤੱਕ ਦੀ ਜਿਹੜੀ ਘਟਨਾ ਹੈ, ਹਾਲੇ ਤੱਕ ਮੈਨੂੰ ਉਹਦੇ ਬਾਰੇ ਗਿਆਨ ਹੀ ਨਹੀਂ ਹੈ। ਹਾਲੇ ਤੱਕ ਤੇ ਮੈਂ ਜਾਵਾਂਗਾ, ਹਾਲੇ ਤੱਕ ਦਾ ਜਿਹੜਾ ਸਵਾਲ ਹੈ, ਕਿਉਂਕਿ ਮੈਨੂੰ ਪਤਾ ਹੀ ਨਹੀਂ। ਮੇਰੀ ਵਿਚਾਰਧਾਰਾ ਇਹ ਸੀ ਵੀ ਜੇ ਰਾਜਨੇਤਾ ਇਕੱਠੇ ਹੋ ਕੇ ਸਟੈਂਡ ਲੈਂਦੇ ਨੇ, ਰਾਜਨੇਤਾ ਇਕੱਠੇ ਹੋ ਕੇ ਇੱਕ ਆਪਣੀ ਗੱਲ ਦੇਸ਼ ਦੇ ਅੱਗੇ ਰੱਖਦੇ ਨੇ, ਤੇ ਇਹ ਬੜਾ ਵੱਡਾ ਹਾਈਲਾਈਟ ਹੋਏਗੀ ਗੱਲ। ਉਹਦਾ ਅੰਦੋਲਨ ਨੂੰ ਫਾਇਦਾ ਹੋਏਗਾ, ਉਹਦਾ ਦੇਸ਼ ਨੂੰ ਫਾਇਦਾ ਹੋਏਗਾ।
ਉਹਨਾਂ ਦੀ ਵਿਚਾਰਧਾਰਾ ਹੋ ਸਕਦੀ ਹੈ ਤਾਂ ਦੇਸ਼ ਨੂੰ ਨੁਕਸਾਨ ਹੋਏਗਾ, ਅੰਦੋਲਨ ਨੂੰ ਨੁਕਸਾਨ। ਦੇਖੋ ਗਲਤ ਉਹ ਹੁੰਦਾ ਹੈ ਜੇ ਅੰਦੋਲਨ ਦੇ ਵਿੱਚ ਕੋਈ ਗਲਤ ਕੰਮ ਕਰਤਾ ਜਾਏ ਜਿਹਦੇ ਨਾਲ ਅੰਦੋਲਨ ਨੂੰ ਠੇਸ ਪਹੁੰਚੇ, ਉਹ ਗਲਤ ਕੰਮ ਹੁੰਦਾ ਹੈ। ਜਿਹਦੇ ਨਾਲ ਅੰਦੋਲਨ ਨੂੰ ਫਾਇਦਾ ਹੁੰਦਾ ਹੋਏ ਜੇ ਉਹਨੂੰ ਵੀ ਗਲਤ ਮੰਨਿਆ ਜਾਏ ਫਿਰ ਬਹੁਤ ਗਲਤ ਹੈ। ਇਹ ਜਿਹੜਾ ਰਾਜਨੇਤਾ ਨੂੰ ਇਕੱਠੇ ਕਰਕੇ ਤੇ ਉਹਨਾਂ ਨੂੰ ਕਹਿਣਾ ਵੀ ਤੁਸੀਂ ਗੱਲ ਉਠਾਓ, ਇਹ ਮੇਰੀ ਸਮਝ ਦੇ ਵਿੱਚ ਇਹ ਹੈ ਵੀ ਇਹਦਾ ਦੇਸ਼ ਨੂੰ ਫਾਇਦਾ ਹੋਏਗਾ, ਇਹਦਾ ਕਿਸਾਨਾਂ ਨੂੰ ਫਾਇਦਾ ਹੋਏਗਾ। ਸ਼ਾਮ ਜਦੋਂ ਸਿਖਰਾਂ ਤੇ ਪਹੁੰਚੀ, ਦਿਨ ਦਾ ਇੰਤਜ਼ਾਰ ਜਦੋਂ ਲੰਬਾ ਹੁੰਦਾ ਚਲਿਆ ਗਿਆ, ਤਾਂ ਫਿਰ ਇੱਕ ਪ੍ਰੈਸ ਕਾਨਫਰੰਸ ਸਾਹਮਣੇ ਆਉਂਦੀ ਹੈ। ਪ੍ਰੈਸ ਕਾਨਫਰੰਸ ਉਹਨਾਂ 7 ਮੈਂਬਰਾਂ ਦੀ ਜਿਨ੍ਹਾਂ 7 ਮੈਂਬਰਾਂ ਦੇ ਸਿਰੇ ਜ਼ਿੰਮੇਵਾਰੀ ਲਾਈ ਗਈ ਸੀ ਕਿ ਗੁਰਨਾਮ ਸਿੰਘ ਚੜੂਨੀ ਦਾ ਦੋਸ਼ ਲੱਭੋ ਕਿ ਗੁਰਨਾਮ ਸਿੰਘ ਚੜੂਨੀ ਦੇ ਉੱਤੇ ਲੱਗੇ ਹੋਏ ਇਲਜ਼ਾਮ ਜਿਹੜੇ ਨੇ ਉਹ ਇਲਜ਼ਾਮ ਕਿੰਨੇ ਕੁ ਸਾਰਥਕ ਨੇ, ਉਹ ਇਲਜ਼ਾਮ ਕਿੰਨੇ ਕੁ ਸੱਚੇ ਨੇ। ਕਮੇਟੀ ਨੇ ਰਿਪੋਰਟ ਸ਼ਾਮ ਨੂੰ ਆਪਣੇ ਮੰਥਨ ਤੋਂ ਬਾਅਦ ਮੀਡੀਆ ਕਰਮੀਆਂ ਦੇ ਸਾਹਮਣੇ ਪ੍ਰੈਸ ਵਾਰਤਾ ਦੇ ਰਾਹੀਂ ਦਿੱਤੀ। ਉਸ ਰਿਪੋਰਟ ਦੇ ਵਿੱਚ ਪਹਿਲਾਂ ਯੋਗਿੰਦਰ ਯਾਦਵ ਬੋਲੇ, ਸ਼ਿਵ ਕੁਮਾਰ ਕੱਕਾ ਜੀ ਬੋਲੇ, ਡਾਕਟਰ ਦਰਸ਼ਨਪਾਲ ਬੋਲੇ, ਹੋਰ ਜਿਹੜੇ ਬੁਲਾਰੇ ਸਨ ਉਹ ਵੀ ਬੋਲੇ। ਉਹਨਾਂ ਬੁਲਾਰਿਆਂ ਨੇ ਸਾਫ਼ ਅਤੇ ਸਪਸ਼ਟ ਤੌਰ ਦੇ ਉੱਤੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਸੰਘਰਸ਼ ਦਾ ਹਿੱਸਾ ਹਨ ਅਤੇ ਰਹਿਣਗੇ। ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ, ਆਪਣੀ ਛਾਣਬੀਣ ਦੇ ਵਿੱਚ, ਆਪਣੀ ਪੜਤਾਲ ਦੇ ਵਿੱਚ ਸਰਦਾਰ ਗੁਰਨਾਮ ਸਿੰਘ ਚੜੂਨੀ ਹੋਰਾਂ ਨੂੰ ਪੂਰੀ ਤਰੀਕੇ ਨਾਲ ਦੋਸ਼ ਮੁਕਤ ਕੀਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਘਾਲਣਾ ਵੱਡੀ ਹੈ। ਦੂਸਰੀ ਗੱਲ, ਉਹਨਾਂ ਦੇ ਉੱਤੇ ਜਿੰਨੇ ਇਲਜ਼ਾਮ ਲੱਗੇ ਗੁਰਨਾਮ ਸਿੰਘ ਚੜੂਨੀ ਦੇ ਉੱਤੇ, ਉਹ ਸਾਰੇ ਇਲਜ਼ਾਮ ਬੇਥਾਵੇ ਨੇ, ਉਹ ਸਾਰੇ ਇਲਜ਼ਾਮ ਬੇਵਜ੍ਹਾ ਨੇ। ਔਰ ਸਪਸ਼ਟ ਤੌਰ ਦੇ ਉੱਤੇ ਕਿਹਾ ਗਿਆ ਕਿ ਕਈ ਸਾਰੇ ਮੀਡੀਆ ਅਦਾਰੇ ਇੱਦਾਂ ਦੇ ਨੇ ਜਿਹੜੇ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜਿਹੜੇ ਝੂਠੀਆਂ ਖਬਰਾਂ ਦੇ ਫੈਲਾਅ ਦੇ ਨਾਲ ਇਸ ਅੰਦੋਲਨ ਦਾ ਅਕਸ ਜਿਹੜਾ ਹੈ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ। ਕੀ ਕਿਹਾ ਗਿਆ 7 ਮੈਂਬਰੀ ਕਮੇਟੀ ਦੁਆਰਾ ਜਾਂ ਸੰਯੁਕਤ ਕਿਸਾਨ ਮੋਰਚੇ ਬਾਰੇ ਕੀ ਕਿਹਾ ਗਿਆ? ਸੰਯੁਕਤ ਕਿਸਾਨ ਮੋਰਚਾ ਦੇ ਵਿੱਚ ਕੀ ਗੁਰਨਾਮ ਸਿੰਘ ਚੜੂਨੀ ਬਣੇ ਰਹਿਣਗੇ ਜਾਂ ਨਹੀਂ ਬਣੇ ਰਹਿਣਗੇ? ਸੁਣੋ ਤੁਸੀਂ ਇਹ ਪ੍ਰੈਸ ਵਾਰਤਾ। संगठन ही यहाँ तक लेकर आए हैं और किसान संगठन ही इसे मुकाम तक लेकर जाएंगे। कोई भी संगठन या पार्टी अपने तौर पर इस आंदोलन को समर्थन देने को स्वतंत्र है, लेकिन आंदोलन सीधे किसी पार्टी से रिश्ता नहीं रखेगा। ये बयान इशू किया जा रहा है डॉक्टर दर्शनपाल, शिव कुमार कक्का जी, जगजीत सिंह डल्लेवाल, बलबीर सिंह राजेवाल, हनन मौला और योगेंद्र यादव, इनकी तरफ से। तो जैसा कि बयान से स्पष्ट है, ये विवाद समाप्त हो गया है और कल जो डेलीगेशन मिलने जाएगा सरकार के साथ, उसमें हमेशा की तरह गुरनाम सिंह चड़ूनी जी भी हमारे साथ जाएंगे। किसान एकता में ऐसे किसी भी बड़े आंदोलन में हमेशा इस तरह के मुद्दे उठते हैं, विवाद उठते हैं, लेकिन ये अभूतपूर्व किसान आंदोलन है जिसमें ऐसे किसी भी विवाद को कोई तूल नहीं देता और जल्द से जल्द ये सिमट रहे हैं। किसान एकता है, बनी रही है और बनी रहेगी। सर सस्पेंशन वापस लिया गया और कोई साथी ऐसी कोई बात नहीं थी। आपने सुबह सुना होगा उसके अंदर, जैसा मैंने कहा, ये सारा का सारा विवाद पूरी तरह से खत्म है। अब गुरनाम सिंह चड़ूनी जी हमेशा की तरह हमारे एक रेगुलर मेंबर की तरह 7 मेंबरी कमेटी के वो सदस्य हैं। नेगोशिएशन कमेटी में कल को जो नेगोशिएशन जाएगी उसमें, उस सब में जिस तरह से गुरनाम सिंह जी हमारे साथ रहे हैं, बदस्तूर उसी तरह से आगे काम करते रहे। नहीं सर, क्या पहले सस्पेंड किया गया था या नहीं, ये सवाल है हमारा। क्या पहले सस्पेंड थे या नहीं? नहीं, मैं बताता हूँ उनको। सिर्फ और सिर्फ जो बैठक थी 30 जो कल बैठक होने वाली थी, उस बैठक के लिए हमने कहा था कि गुरनाम सिंह चड़ूनी की जगह कोई उनके संगठन का दूसरा साथी जाएगा। स्पष्ट है, पुलिस प्रशासन ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ, ਉਹ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਤੇ ਵੀ ਹੈ ਤੇ ਸਾਡੇ ਤੇ ਵੀ ਹੈ। ਅੰਦੋਲਨ ਜਿਸ ਹਿਸਾਬ ਦੇ ਨਾਲ ਚੱਲ ਰਿਹਾ ਹੈ, ਇਹ ਨਹੀਂ ਹੈ ਗੱਲ ਕਿ ਪੁਲਿਸ ਪ੍ਰਸ਼ਾਸਨ ਕਦੇ ਇੱਥੇ ਸਾਡੇ ਵਿੱਚ ਪਹਿਲਾਂ ਆਇਆ ਨਹੀਂ। ਇਹਨਾਂ ਨਾਲ, ਇਹਨਾਂ ਅਧਿਕਾਰੀਆਂ ਨਾਲ ਮੇਰਾ ਖਿਆਲ 3 ਵਾਰੀ ਸਾਡੀ ਪਹਿਲਾਂ ਮੀਟਿੰਗ ਹੋ ਚੁੱਕੀ ਹੈ ਤੇ ਹੁੰਦੀ ਰਹਿੰਦੀ ਹੈ। ਇਹ ਆਮ ਜਰਨਲ ਮੀਟਿੰਗ ਹੈ ਔਰ ਉਹਨਾਂ ਆਮ ਮੀਟਿੰਗਾਂ ਦੇ ਵਿੱਚ ਹੀ ਇਸ ਮੀਟਿੰਗ ਦੇ ਵਿੱਚ ਥੋੜੀ ਬਹੁਤੀ ਜੋ ਨਵੀਂ ਕੋਈ ਹੋਰ ਅੰਦੋਲਨ ਦੀ ਪ੍ਰੋਗਰੈਸ ਆਉਂਦੀ ਹੈ ਉਹਦੇ ਤੇ ਗੱਲਬਾਤ ਹੁੰਦੀ ਰਹਿੰਦੀ ਹੈ। ਕੋਈ ਗੱਲ ਨਹੀਂ ਹੈ ਕਿ ਕੋਈ ਨਵੀਂ ਗੱਲ ਆਪਾਂ ਕਹੀਏ ਵੀ ਇੱਥੇ ਕੋਈ ਪ੍ਰਸ਼ਾਸਨ ਨੇ ਸਾਡੇ ਨਾਲ ਗੱਲ ਕੀਤੀ ਨਹੀਂ ਜਾਂ ਕਰਦਾ ਨਹੀਂ ਜਾਂ ਕਰਨੀ ਨਹੀਂ, ਉਹ ਹੁੰਦੀ ਰਹਿੰਦੀ ਹੈ। ਲੇਕਿਨ ਉਹਨਾਂ ਦੀ ਇਹ ਪਹੁੰਚ ਨਹੀਂ ਹੈ ਕਿ ਉਹ ਮਤਲਬ ਬਹੁਤ ਸਾਰਾ ਸਾਡੇ ਇਹਦੇ ਬਾਰੇ 'ਚ ਫੈਸਲੇ ਲੈ ਸਕਣ। ਅਸੀਂ ਉਹਨਾਂ ਨੂੰ ਦੱਸਿਆ ਹੈ
ਇਹ ਸਾਡੀ ਕਲੀਅਰ ਕੱਟ ਹੈ ਕਿ ਜਿਹੜਾ ਅਸੀਂ ਕੱਲ ਆਪ ਜੀਆਂ ਦੇ ਮਾਧਿਅਮ ਦੇ ਰਾਹੀਂ ਵੀ ਦੱਸਿਆ ਕਿ ਅਸੀਂ ਆਊਟਰ ਰਿੰਗ ਰੋਡ ਦੇ ਉੱਤੇ ਮਤਲਬ ਸਾਡਾ ਮਾਰਚ ਨਿਕਲਣਾ ਹੈ, ਝਾਕੀਆਂ ਨਿਕਲਣੀਆਂ ਹੈ, ਸਾਰੀ ਤਿਆਰੀ ਹੈ ਸਾਡੀ। सर तो आप लोग परमिशन ले रहे हैं? नहीं परमिशन की कोई गल नहीं है, परमिशन वाली कोई गल नहीं है जी हजे। लेकिन गल जी मेन मैं ਅਸੀਂ ਤੁਹਾਨੂੰ ਦੱਸਣੀ ਚਾਹੁੰਦੇ ਸੀ ਕਿ ਇਸੇ ਦੇ ਉੱਤੇ ਉਹਨਾਂ ਨੇ ਅੱਗੇ ਆਪਦੇ ਮਤਲਬ ਆਫੀਸਰ ਸਾਹਿਬਾਨਾਂ ਦੇ ਨਾਲ ਗੱਲਬਾਤ ਕਰਕੇ ਕੀ ਕਰਨਾ ਉਹ ਬਾਅਦ ਦੀ ਗੱਲ ਇਸੇ ਮੁੱਦੇ ਨੂੰ ਲੈ ਕੇ ਅੱਜ ਜਿਹੜੀ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਜੀ, ਸੁਪਰੀਮ ਕੋਰਟ ਨੇ ਕਿਹਾ ਕਿ ਅਨੁਸ਼ਾਸਨ ਦਾ ਧਿਆਨ ਰੱਖਣਾ ਦਿੱਲੀ ਪੁਲਿਸ ਦਾ ਕੰਮ ਹੈ। ਦਿੱਲੀ ਪੁਲਿਸ ਫੈਸਲਾ ਲਵੇ, ਜੇਕਰ ਦਿੱਲੀ ਪੁਲਿਸ ਚਾਹੁੰਦੀ ਹੈ ਕਿ ਸੁਪਰੀਮ ਕੋਰਟ ਦੇ ਜ਼ਰੀਏ ਫੈਸਲਾ ਲਿਆ ਜਾਣਾ ਤਾਂ ਅਸੀਂ ਅਗਲੀ ਸੁਣਵਾਈ ਬੁੱਧਵਾਰ ਨੂੰ ਰੱਖ ਦਿੰਦੇ ਹਾਂ। ਉਸ ਚੀਜ਼ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਕੀ ਰੂਪਰੇਖਾ ਰਹਿਣ ਵਾਲੀ ਹੈ? ਦੇਖੋ ਇਹਦੇ ਚ ਸੁਪਰੀਮ ਕੋਰਟ ਦੀ ਮੈਨੂੰ ਪਹਿਲੇ ਸਾਨੂੰ ਪਤਾ ਸੀਗਾ ਕਿ ਸੁਪਰੀਮ ਕੋਰਟ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਇੰਟਰਫੀਅਰ ਨਹੀਂ ਕਰਨਾ ਤੇ ਉਹੀ ਗੱਲ ਹੋਈ ਹੈ। ਦਿੱਲੀ ਪੁਲਿਸ ਦਾ ਮਸਲਾ ਹੈ, ਦਿੱਲੀ ਪੁਲਿਸ ਨੇ ਸਾਨੂੰ ਕਿਵੇਂ ਲੈ ਕੇ ਲੰਘਾਉਣਾ ਹੈ, ਕੀ ਕਰਨਾ ਹੈ, ਲੇਕਿਨ ਅਸੀਂ ਪ੍ਰੋਗਰਾਮ ਦੇ ਚੁੱਕੇ ਹਾਂ। ਹੁਣ ਦਿੱਲੀ ਪੁਲਿਸ ਦੀ ਸਿਰਦਰਦੀ ਹੈ ਕਿ ਸਾਨੂੰ ਕਿਸ ਤਰੀਕੇ ਦੇ ਨਾਲ ਰਸਤਾ ਦੇ ਕੇ ਉੱਥੇ ਲੈ ਕੇ ਜਾਂਦੀ ਹੈ, ਕੀ ਕਰਦੀ ਹੈ, ਕਿਵੇਂ ਕਰਦੀ ਹੈ। ਜਿਹੋ ਜਿਹੇ ਹਾਲਾਤ ਬਣਨਗੇ ਉਹਨਾਂ ਹਾਲਾਤਾਂ ਦੇ ਮੁਤਾਬਕ ਅੱਜ ਹਜੇ ਅਸੀਂ 18 ਤਰੀਕ 'ਚ ਬੈਠੇ ਹਾਂ, ਇਹ 26 ਤਰੀਕ ਨੂੰ ਸਾਡਾ ਮਤਲਬ ਇਹ ਪ੍ਰੋਗਰਾਮ ਹੈ। ਉਦੋਂ ਤੱਕ ਜਾਂਦਿਆਂ ਹਜੇ ਪਤਾ ਨਹੀਂ ਕਿੰਨੇ ਮਤਲਬ ਰੂਪ ਬਦਲਨੇ। ਗੁਰਨਾਮ ਸਿੰਘ ਚੜੂਨੀ ਦਾ ਬਿਆਨ ਹੈ ਜੀ, ਕਹਿੰਦੇ ਜੋ ਮੇਰੀ ਨਿੱਜੀ ਰਾਏ, ਗੁਰਨਾਮ ਸਿੰਘ ਚੜੂਨੀ ਨੇ ਆਪਣੀ ਨਿੱਜੀ ਰਾਏ ਦੱਸੀ ਹੈ ਕਿ ਬੈਰੀਕੇਡ ਤੋੜਨੇ ਚਾਹੀਦੇ ਜੇਕਰ 26 ਜਨਵਰੀ ਦੀ ਪਰਮਿਸ਼ਨ ਨਹੀਂ ਮਿਲਦੀ। ਉਹ ਦੇਖੋ ਮੈਂ ਬੇਨਤੀ ਕਰਾਂ ਜੀ ਨਿੱਜੀ ਕਿਸੇ ਦੀ ਵੀ ਰਾਏ ਹੋ ਸਕਦੀ ਹੈ ਕਿ ਸਾਨੂੰ ਇਹ ਕਰਨਾ ਚਾਹੀਦਾ, ਲੇਕਿਨ ਜ਼ਰੂਰੀ ਨਹੀਂ ਹੁੰਦਾ ਕਿ ਹਰ ਆਦਮੀ ਦੀ ਉਹਦੀ ਆਪਣੀ ਨਿੱਜੀ ਰਾਏ ਦੇ ਮੁਤਾਬਕ ਹੀ ਪ੍ਰੋਗਰਾਮ ਹੋਵੇ। ਹਰ ਜਿਹੜੀ ਰਾਏ ਆ ਸਾਰਿਆਂ ਨੇ ਆਪਦੀ ਇਹਦੇ ਵਿੱਚ ਮੀਟਿੰਗ ਦੇ ਵਿੱਚ ਰਾਏ ਰੱਖਣੀ ਹੁੰਦੀ ਆ ਔਰ ਉਸ ਰਾਏ ਤੋਂ ਬਾਅਦ ਜਾ ਕੇ ਸਾਂਝੀ ਜਿਹੜੀ ਰਾਏ ਬਣਦੀ ਹੈ, ਸਲਾਹ ਬਣਨੀ ਹੈ, ਉਹਦੇ ਵਿੱਚੋਂ ਜਿਹੜਾ ਪ੍ਰੋਗਰਾਮ ਬਣਨਾ ਉਹ ਪ੍ਰੋਗਰਾਮ ਬਣਨਾ ਹੁੰਦਾ। ਔਰ ਇਹ ਜਿਹੜਾ ਪ੍ਰੋਗਰਾਮ ਹੈ ਕੋਈ ਅਸੀਂ ਮੇਰੀ ਇਕੱਲੇ ਦੀ ਜਾਂ ਚੰਦੂਨੀ ਸਾਹਿਬ ਦੀ ਇਕੱਲਿਆਂ ਦੀ ਰਾਏ ਨਾਲ ਨਹੀਂ ਬਣਨਾ। ਇਹ ਸਾਰੀ 450 ਕਿਸਾਨ ਜਥੇਬੰਦੀਆਂ ਦੀ ਸਾਂਝੀ ਸਮਝ ਬਣਨੀ ਹੈ ਕੀ ਕਰਨਾ, ਉਹਦੇ ਮੁਤਾਬਕ ਪ੍ਰੋਗਰਾਮ। ਡੱਲੇਵਾਲ ਸਾਹਿਬ ਇੱਕ ਗੱਲ ਹੋਰ ਗਿਆ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਚੱਲ ਰਿਹਾ, ਇਸ ਤਰ੍ਹਾਂ ਓਪੋਜੀਸ਼ਨ ਪਾਰਟੀਆਂ ਸਾਰੀਆਂ ਇਕੱਠੀਆਂ ਹੋਣ ਤੇ ਉਹ ਵੀ ਅੰਦੋਲਨ ਚਲਾਉਣ, ਉਸੇ ਕਰਕੇ ਮੈਂ ਉੱਥੇ ਗਿਆ ਸੀ। ਇਹਦੇ ਚ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ? ਨਹੀਂ ਉਹ ਚਲਾਉਣ ਪਾਰਟੀਆਂ, ਸਾਨੂੰ ਕੋਈ ਇਤਰਾਜ਼ ਨਹੀਂ, ਪਾਰਟੀਆਂ ਚਲਾਉਣ। ਇਹ ਗੱਲ ਬੜੀ ਸਪਸ਼ਟ ਹੈ। ਸੰਯੁਕਤ ਕਿਸਾਨ ਮੋਰਚਾ ਔਰ ਸਾਡਾ ਇਹ ਅੰਦੋਲਨ ਸ਼ੁਰੂ ਤੋਂ ਤੁਸੀਂ ਸਾਰਿਆਂ ਨੇ ਵੇਖਿਆ ਹੈ ਕਿ ਨਾਨ ਪੋਲੀਟੀਕਲ ਹੈ, ਬਿਲਕੁਲ ਕਿਸੇ ਪੋਲੀਟੀਕਲ ਬੰਦੇ ਨੂੰ ਅਸੀਂ ਸਟੇਜ ਦੇ ਨੇੜੇ ਆਉਣ ਨਹੀਂ ਦਿੱਤਾ। ਇਸੇ ਗੱਲ ਕਰਕੇ ਹੀ ਜਿਹੜਾ ਕੱਲ ਸਾਡਾ ਮਤਲਬ ਥੋੜਾ ਬਹੁਤਾ ਆਇਆ ਸੀ ਕਿ ਡਿਫਰੈਂਸਸ ਉਹ ਨਿਕਲ ਚੁੱਕੇ ਆ। ਉਹਨਾਂ ਨੇ ਉਸ ਗੱਲ ਨੂੰ ਤੁਹਾਡੇ ਸਾਹਮਣੇ ਜਿਹੜੀ ਗੱਲ ਦੱਸ ਦਿੱਤੀ ਗਈ ਹੈ ਕਿ ਉਹਨਾਂ ਨੇ ਸਵੀਕਾਰ ਲਿਆ ਕਿ ਇਹ ਮੇਰਾ ਪਰਸਨਲ ਸੀਗਾ ਔਰ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਮਤਲਬ ਨਹੀਂਗਾ। ਨਾ ਹੀ ਅਸੀਂ ਕੋਈ ਪੋਲੀਟੀਕਲ ਲੋਕਾਂ ਤੋਂ ਬਹੁਤ ਵੱਡੀ ਉਮੀਦ ਰੱਖਦੇ ਹਾਂ ਕਿ ਸਾਡਾ ਪਤਾ ਨਹੀਂ ਕੀ ਕਰ ਦੇਣਗੇ। ਇਹ ਸਾਰਾ ਵਿਗਾੜਾ ਹੀ ਇਹਨਾਂ ਦਾ ਢਾਂਚਾ। ਸਾਹਿਬ ਜਿਹੜੇ ਅੱਜ ਮੀਡੀਆ ਰਿਪੋਰਟਸ ਛਪੀਆਂ, ਤੁਹਾਡਾ ਬਿਆਨ ਸੀਗਾ ਉਹ ਚੜੂਨੀ ਸਾਹਿਬ ਬਾਰੇ ਦੱਸ ਦਿਓ, ਕਲੀਅਰ ਕਰ ਦਿਓ। 10 ਕਰੋੜ ਦੀਆਂ ਗੱਲਾਂ ਹੋਈਆਂ, ਬਹੁਤ ਕੁਝ ਹੋਇਆ, ਡੀਲ ਹੋ ਗਈ, ਕਹਿੰਦੇ ਟਿਕਟ ਮਿਲ ਗਈ, बहुत कुछ होया। देखिए सेंटर ले लो सर, सेंटर ताकि आपकी आवाज स्पष्ट जाए। देखिए और पीछे हो जाओ थोड़ा। सामने देखिए। जैसे ही मुझे ये समाचार मिला मैंने उसका खंडन किया, पत्रकार महोदय को फोन लगाया, उन्होंने कहा मुझे पता नहीं है कैसे छप गया ये। उन पत्रकार ने मुझसे उल्टा सवाल किया था कि हमने ये सुना है। मैंने कहा मेरे पास ऐसी जानकारी नहीं है, आप मीडिया के तमाम लोग हो, हमको 54 दिन हो गए, मेरा एक भी बयान आज तक जीवन में विवादित नहीं रहा है। जिसका मेरे पास कोई प्रमाण नहीं है उन बात में क्यों कहूँगा। उसके बाद हमने वीडियो जारी किया और जारी करने के बाद उसको क्लियर कर दिया है। अब उसमें कोई चीज शेष नहीं रह गई है, मामला पूरा तरह शांत हो चुका है। अब हमारी कह रहे हैं कि आपका कॉल रिकॉर्डिंग है, वो जर्नलिस्ट ने ये भी हाँ तो कॉल रिकॉर्डिंग है तो सुनवाएंगे वो। हमने उससे कॉल मांगा, वो दे नहीं रहे। कॉल रिकॉर्डिंग है तो वो हमको सुनवाएं भाई। पर सर आपके जो आरएसएस के साथ से जुड़ने के इल्जाम लग रहे हैं उसके ऊपर क्या कहेंगे? क्या आप आरएसएस के रुकिए, इस आंदोलन में कितने इल्जाम लगे हैं? मेरा सवाल अरे ठीक है, सवाल आपका है। आप ही के नेता ने लगाए, आप ही के जो जथेबंदी है उसके नेता ने कहा कि आप आरएसएस ठीक के है। सदस्य हैं। हाँ सुनिए, हम आरएसएस के कोई सदस्य नहीं है। नंबर 1, हमको खालिस्तानी भी कहा गया, क्या हम खालिस्तानी हैं? हमको आतंकवादी भी कहा गया। जितने आरोप हम पे लग सकते हैं तरह तरह से लगे। ਸੋ ਅੱਜ ਦੇ ਸਟੋਰੀ ਆਫ ਦਾ ਡੇ ਵਿਜ਼ਨ ਦੇ ਵਿੱਚ ਅੱਜ ਦਾ ਇਹ ਦਿਨ ਜਿੰਨਾ ਤੁਹਾਡੇ ਲਈ ਯਾਨੀ ਕਿ ਦਰਸ਼ਕਾਂ ਲਈ ਜਾਂ ਸੰਘਰਸ਼ੀ ਲੋਕਾਂ ਦੇ ਲਈ ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਸੱਜਣਾ ਲਈ, ਜਿਹੜੇ ਸੱਜਣ ਇਹ ਦੁਆ ਕਰ ਰਹੇ ਨੇ ਕਿ ਇਹ ਜਿਹੜਾ ਸੰਘਰਸ਼ ਹੈ ਇਹ ਸਫਲਤਾ ਵੱਲ ਜਾਵੇ, ਸਿਖਰ ਵੱਲ ਜਾਵੇ, ਜਿੱਤ ਵੱਲ ਜਾਵੇ, ਸਾਰਿਆਂ ਲਈ ਬੜਾ ਲੰਬਾ ਦਿਨ ਸੀ।
ਸਾਡੇ ਲਈ ਵੀ ਮੀਡੀਆ ਅਦਾਰਾ ਹੋਣ ਦੇ ਨਾਤੇ ਕਿਉਂਕਿ ਅਸੀਂ ਇਹ ਵਾਅਦਾ ਕਰਦੇ ਹਾਂ, ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਹਮੇਸ਼ਾ ਐਥਿਕਸ ਆਫ ਜਰਨਲਿਜ਼ਮ ਨੂੰ ਫਾਲੋ ਕੀਤਾ ਜਾਵੇ, ਪੱਤਰਕਾਰਤਾ ਦੇ ਕਾਇਦੇ ਕਾਨੂੰਨ ਨਿਯਮ ਅਤੇ ਅਸੂਲ ਉਹਨਾਂ ਤੋਂ ਨਾ ਥਿੜਕਿਆ ਜਾਵੇ। ਸਾਡੇ ਲਈ ਵੀ ਇਹ ਦਿਨ ਸੱਚਮੁੱਚ ਬਹੁਤ ਲੰਮਾ ਸੀ, ਪਰ ਅੰਤ ਹੁੰਦੇ ਹੁੰਦੇ ਇਹ ਦਿਨ ਜਿਹੜਾ ਖੁਸ਼ਗਵਾਰ ਤਰੀਕੇ ਨਾਲ ਖਤਮ ਹੋਇਆ। ਗੁਰਨਾਮ ਸਿੰਘ ਚੜੂਨੀ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਬਣੇ ਰਹਿਣਗੇ, ਅੱਗੇ ਨੂੰ ਵੀ ਇਸ ਅੰਦੋਲਨ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਹੈ ਉਹ ਪਾਉਂਦੇ ਰਹਿਣਗੇ। ਦਿਓ ਪ੍ਰਿੰਸ ਭਾਰਦਵਾਜ ਨੂੰ ਇਜਾਜ਼ਤ, ਬਣੇ ਰਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ। ਵਿਜ਼ਨ ਪੰਜਾਬ, ਹਰ ਕਦਮ ਤੁਹਾਡੇ ਨਾਲ। ਸਤਿ ਸ੍ਰੀ ਅਕਾਲ।